ਦੁਖ ਨਿਕੰਦਨਾ। ਅਮਰਦਾਸ ਗੁਰ ਹਿਰਦੈ ਤੇ ਆਵੋ, ਹਿਰਦੈ ਤੇ ਆਵੋ। ਰਾਮਦਾਸ ਗੁਣ ਗਾਵੋ, ਸ਼੍ਰੀ ਅਰਜੁਨ ਬਿਗਨਨ ਕੇ ਨਾਸ਼ਕ, ਬਿਗਨਨ ਕੇ ਨਾਸ਼ਕ। ਹਰਿ ਗੋਬਿੰਦ ਸੁਖ ਸਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਾਮ ਕਰ ਜੋਰੀ, ਨਾਮ ਕਰ ਜੋਰੀ। ਗੌਰ ਹਰਿ ਕ੍ਰਿਸ਼ਨ ਮਨਾਏ ਬਿਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਤਾਰੋ ਤਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਾ ਬਾਰ ਬਾਰ ਜਗਦੀਸਾ। ਜਿਸ ਮਹ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵਿਰਾਗ। ਗੁਰੂ ਗ੍ਰੰਥ ਸਾਹਿਬ ਓਦਤ, ਬੰਦੋ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਜ ਵਿਕਾਰ। ਤਿਨ ਸੰਤਨ ਕਾ ਬੰਦਨਾ, ਸਿਰ ਚਰਣਨ ਪਰ ਧਾਰ। ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਪਤਿਤ ਪਾਵਨ ਭਗਤ ਵਤਸਲ, ਕਿਰਪਾ ਨਿਧਾਨ ਰਹਿਮਤਾਂ ਦੇ ਸਾਗਰ। ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਪਾਵਨ ਔਰ ਪਵਿੱਤਰ ਅਸਥਾਨ ਦੇ ਉੱਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਚਰਨ ਪਰਸ ਰਹੇ। ਗੁਰੂ ਰੂਪ ਗੁਰੂ ਖਾਲਸਾ ਸਤ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਹੈ, ਜੋ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਸਾਨੂੰ ਅੰਮ੍ਰਿਤ ਵੇਲੇ ਦੇ ਜਾਗਣੇ ਬਖਸ਼ੇ ਹਨ ਅਤੇ ਸਤ ਸੰਗਤ ਦੀਆਂ ਅਮੋਲਕ ਘੜੀਆਂ ਦੀ ਬਖਸ਼ਿਸ਼ ਹੋਈ ਹੈ। ਆਓ ਸਤਿਗੁਰਾਂ ਦਾ ਲੜੀਵਾਰ ਇਤਿਹਾਸ ਵਿਚਾਰਨ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਆਂ ਦੁਆਰਾ ਬਖਸ਼ਿਸ਼ ਕੀਤੀ ਗਈ ਫਤਿਹ ਦੁਹਰਾਈਏ। ਪਾਈਏ ਆਗਿਆ, ਰਲ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੀ ਜੀਵਨੀ ਵਿਚਾਰ ਰਹੇ ਹਾਂ। ਕਿਸ ਪ੍ਰਕਾਰ ਮਹਾਰਾਜ ਆਪਣਾ ਘਰ-ਬਾਰ ਤਿਆਗ ਕਰਕੇ ਉਦਿਆਨ ਜੰਗਲਾਂ ਵਿੱਚ ਬਰਾਜੇ ਹੋਏ ਨੇ ਤੇ ਇੱਕ ਮਨੁੱਖ ਨੇ ਐਸੀ ਖਬਰ ਜਾ ਕੇ ਰਾਏ ਭੋਏ ਦੀ ਤਲਵੰਡੀ ਦਿੱਤੀ ਹੈ। ਬਾਬਾ ਕਲਿਆਣ ਚੰਦ, ਮਾਤਾ ਤ੍ਰਿਪਤਾ ਜੀ ਬਹੁਤ ਚਿੰਤਾ ਦੇ ਸਹਿਤ ਦੁੱਖ ਵਿੱਚ ਹੋਏ ਨੇ ਕਿ ਸਾਡੇ ਪੁੱਤਰ ਨੂੰ ਕੀ ਹੋਇਆ ਹੈ ਐਸਾ, ਜਿਸ ਕਰਕੇ ਉਹਨਾਂ ਨੇ ਆਪਣਾ ਗ੍ਰਸਤੀ ਜੀਵਨ ਅਤੇ ਮੋਦੀ ਖਾਨੇ ਦਾ ਕਾਰਜ ਤਿਆਗ ਦਿੱਤਾ ਹੈ। ਛੇਤੀ ਦੇ ਨਾਲ ਭਾਈ ਮਰਦਾਨਾ ਜੋ ਤਲਵੰਡੀ ਨਗਰ ਦਾ ਰਹਿਣ
ਛੇਤੀ ਦੇ ਨਾਲ ਜਾ ਸੁਲਤਾਨਪੁਰ ਲੋਧੀ ਸਾਡੇ ਪੁੱਤਰ ਦੀ ਖਬਰ ਲੈ ਕੇ ਆ। ਐਸਾ ਕੀ ਭਾਣਾ ਵਰਤਿਆ ਜਿਸ ਕਰਕੇ ਉਹ ਫਕੀਰ ਹੋਇਆ ਹੈ। ਭਾਈ ਮਰਦਾਨਾ ਬਾਬਾ ਕਲਿਆਣ ਚੰਦ ਜੀਆਂ ਦਾ ਹੁਕਮ ਪਾ ਕਰਕੇ ਤਲਵੰਡੀ ਤੋਂ ਸੁਲਤਾਨਪੁਰ ਲੋਧੀ ਨੂੰ ਚੱਲਿਆ ਹੈ ਅਤੇ ਬਾਬਾ ਕਲਿਆਣ ਚੰਦ ਮਾਤਾ ਤ੍ਰਿਪਤਾ ਜੀ ਘਰ ਵਿੱਚ ਬੈਠੇ ਬਹੁਤੇ ਦੁਖੀ ਨੇ। ਮਨ ਅੰਦਰ ਅਰਮਾਨ ਅੰਦਾਜ਼ੇ ਆਪਣੀ ਮਰਜ਼ੀ ਨਾਲ ਲਾ ਰਹੇ ਨੇ। ਬਾਬਾ ਕਲਿਆਣ ਚੰਦ ਜੀ ਕਹਿ ਰਹੇ ਨੇ, ਲੱਗਦਾ ਹੈ ਮੋਦੀ ਖਾਨੇ ਦੇ ਵਿੱਚ ਸਾਡੇ ਪੁੱਤਰ ਨੂੰ ਮਾਇਆ ਦਾ ਭਾਰੀ ਘਾਟਾ ਪਿਆ ਹੋਵੇਗਾ। ਇਸ ਲਈ ਮੋਦੀ ਖਾਨੇ ਦਾ ਕੰਮ ਤਿਆਗ ਕੇ ਜੰਗਲਾਂ ਵਿੱਚ ਜਾ ਬੈਠਾ ਹੈ, ਫਕੀਰ ਬਣ ਗਿਆ ਹੈ। ਅਸੀਂ ਉਹਨੂੰ ਬਹੁਤ ਵਾਰ ਸਮਝਾਇਆ ਵੀ ਸੀ ਕਿ ਪੁੱਤਰ ਹੁਣ ਤੋਂ ਗ੍ਰਸਤੀ ਹੋ ਚੁੱਕਾ ਹੈ ਤੇ ਜੋ ਗ੍ਰਸਤੀ ਹੁੰਦੇ ਨੇ ਉਹਨਾਂ ਉੱਪਰ ਪਰਿਵਾਰਕ ਜ਼ਿੰਮੇਵਾਰੀਆਂ ਵਧੇਰੇ ਵੱਧ ਜਾਂਦੀਆਂ ਨੇ। ਹੁਣ ਪਹਿਲਾ ਵਾਰ ਜਿਹੜੀ ਇਹ ਮਾਇਆ ਕਮਾਈ ਹੋਈ ਹੈ ਇਹ ਫਕੀਰਾਂ ਵਿੱਚ ਲੋੜਵੰਦਾਂ ਵਿੱਚ ਲੁਟਾਇਆ ਨਾ ਕਰ। ਹੁਣ ਇਹ ਮਾਇਆ ਦੀ ਤੈਨੂੰ ਜ਼ਰੂਰਤ ਪਵੇਗੀ। ਲੱਖਾਂ ਵਾਰ ਸਮਝਾਇਆ ਪਰ ਸਾਡਾ ਪੁੱਤਰ ਨਾ ਸਮਝਿਆ, ਇਸ ਲਈ ਉਸ ਨੂੰ ਮਾਇਆ ਵਿੱਚ ਘਾਟਾ ਪਿਆ ਹੋਵੇਗਾ, ਜਿਸ ਕਰਕੇ ਉਹ ਘਾਟਾ ਪੂਰਾ ਨਾ ਹੋਇਆ ਤੇ ਜਾ ਕਰਕੇ ਫਕੀਰ ਬਣ ਗਿਆ। ਜੋ ਬੇਦੀ ਬਖਸ਼ਦੇ ਹੋਰ ਗੁਰੂ ਨਾਨਕ ਦੇਵ ਜੀਆਂ ਦੇ ਚਾਚੇ ਤਾਏ ਨੇ ਉਹ ਵੀ ਸੋਚ ਸੋਚ ਕੇ ਹੈਰਾਨ ਹੋ ਰਹੇ ਨੇ ਕਿ ਐਸਾ ਕੀ ਹੋਇਆ। ਕਿੰਨਾ ਸੁੰਦਰ ਕੰਮ ਸੀ। ਗੁਰੂ ਨਾਨਕ ਦੇਵ ਜੀਆਂ ਦਾ ਬਹੁਤਾ ਫਾਇਦਾ, ਬਹੁਤਾ ਮਾਇਆ ਦਾ ਨਫਾ ਹੁੰਦਾ ਸੀ। ਬੜਾ ਸੁੰਦਰ ਕੰਮਕਾਰ ਚੱਲ ਰਿਹਾ ਸੀ। ਨਾਲੇ ਜੋ ਦੌਲਤ ਖਾਨ ਸੁਲਤਾਨਪੁਰ ਲੋਧੀ ਦਾ ਨਵਾਬ ਹੈ ਉਹਦੇ ਨਾਲ ਵੀ ਚੰਗੀ ਆਉਣੀ ਜਾਣੀ ਸੀ, ਚੰਗੀ ਲਿਹਾਜ਼ ਸੀ, ਬੜਾ ਪ੍ਰੇਮ ਸੀ ਗੁਰੂ ਨਾਨਕ ਦੇਵ ਜੀਆਂ ਵਿੱਚ, ਦੌਲਤ ਖਾਨ ਦੇ ਵਿੱਚ। ਇਸ ਪ੍ਰਕਾਰ ਆਪਸ ਦੇ ਵਿੱਚ ਗੱਲਾਂ ਬਾਤਾਂ ਕਰ ਰਹੇ ਨੇ। ਭਾਈ ਮਰਦਾਨਾ ਜੀ ਸੁਲਤਾਨਪੁਰ ਲੋਧੀ ਪਹੁੰਚਦੇ ਨੇ। ਸਭ ਤੋਂ ਪਹਿਲਾਂ ਜਾ ਕਰਕੇ ਬੇਬੇ ਨਾਨਕੀ ਜੀ ਦੇ ਘਰ ਅੰਦਰ ਜਾਂਦੇ ਨੇ। ਬੇਬੇ ਨਾਨਕੀ ਜੀ ਬਹੁਤ ਸਤਿਕਾਰ ਦੇ ਨਾਲ ਬਹਾਉਂਦੇ ਨੇ। ਆਪਣੇ ਘਰ ਦੀ ਨਵਾਬ, ਆਪਣੇ ਘਰ ਦੀ ਅਤੇ ਰਾਜਾ ਹੈ ਜੋ ਤਲਵੰਡੀ ਦਾ ਰਾਏ ਭੋਏ ਦੀ ਤਲਵੰਡੀ ਦਾ ਰਾਏ ਬਲਾਰ, ਉਹਦੀ ਖਬਰਸਾਰ ਸੁਖ ਸ਼ਾਨ ਪੁੱਛਦੇ ਨੇ। ਭਾਈ ਮਰਦਾਨਾ ਜੀ ਸਾਰੀ ਸੁਖ ਸ਼ਾਨ ਦੀ ਖਬਰ ਦਿੰਦੇ ਨੇ ਅਤੇ ਬੇਬੇ ਨਾਨਕੀ ਜੀ ਪੁੱਛਦੇ ਨੇ, ਭਾਈ ਮਰਦਾਨੇ ਬਿਨਾਂ ਕੋਈ ਸੁਨੇਹਾ ਘੱਲੇ ਕਿਵੇਂ ਅਚਾਨਕ ਆਉਣਾ ਹੋਇਆ? ਤੇ ਭਾਈ ਮਰਦਾਨਾ ਜੀ ਦੱਸਦੇ ਨੇ ਕਿ ਤੁਹਾਡੇ ਨਗਰ ਤੋਂ ਕੋਈ ਰਾਏ ਭੋਏ ਦੀ ਤਲਵੰਡੀ ਨੂੰ ਗਿਆ ਸੀ। ਉਹਨੇ ਜਾ ਕੇ ਗੁਰੂ ਨਾਨਕ ਦੇਵ ਜੀਆਂ ਦੀ ਖਬਰ ਦਿੱਤੀ ਹੈ ਕਿ ਘਰ-ਬਾਰ ਮੋਦੀ ਖਾਨੇ ਦਾ ਕੰਮ ਤਿਆਗਿਆ ਹੈ। ਤੁਹਾਡਾ ਪੁੱਤਰ ਤਾਂ ਫਕੀਰ ਬਣਿਆ ਬੈਠਾ ਹੈ ਜੰਗਲਾਂ ਦੇ ਵਿੱਚ। ਤੇ ਬੇਬੇ ਨਾਨਕੀ ਜੀ ਉਦੋਂ ਦੇ ਤੁਹਾਡੇ ਮਾਤਾ ਪਿਤਾ ਬਹੁਤੇ ਦੁਖੀ ਨੇ, ਮੈਨੂੰ ਖਬਰ ਲੈਣ ਵਾਸਤੇ ਘੱਲਿਆ ਹੈ। ਹੁਣ ਤੁਸੀਂ ਮੈਨੂੰ ਦੱਸਣਾ ਕਰੋ, ਕਬਲ ਸ਼ਰੀਕੇ ਮੁਖ ਵਾਲੇ ਗੁਰੂ ਨਾਨਕ ਦੇਵ ਜੀ ਕਿੱਥੇ ਬਿਰਾਜੇ ਹੋਏ ਨੇ? ਜੇਕਰ ਉਹਨਾਂ ਦੀ ਖਬਰ ਸਾਰ ਤੁਹਾਨੂੰ ਨਹੀਂ ਪਤਾ, ਜਿੰਨੀ ਕੁ ਗੱਲ ਦਾ ਤੁਹਾਨੂੰ ਪਤਾ ਹੈ ਮੈਨੂੰ ਉਹ ਦੱਸ ਦੇ। ਬੇਬੇ ਨਾਨਕੀ ਜੀ ਕਹਿਣ ਲੱਗੇ ਕਿ ਉਹ ਜੰਗਲਾਂ ਦੇ ਵਿੱਚ ਬਿਰਾਜੇ ਹੋਏ ਨੇ। ਜਦੋਂ ਸੁਲਤਾਨਪੁਰ ਲੋਧੀ ਤੋਂ ਬਾਹਰ ਜਾਓਗੇ, ਇੱਕ ਵੱਡਾ ਜੰਗਲ ਹੈ, ਉੱਥੇ ਬਿਰਾਜੇ ਨੇ। ਉਹਨਾਂ ਨੂੰ ਹੀ ਜਾ ਕੇ ਸਾਰੀ ਖਬਰਸਾਰ ਪੁੱਛ ਲਵੋ, ਤੁਹਾਨੂੰ ਚੰਗੀ ਤਰ੍ਹਾਂ ਦੱਸਣ। ਇਸ ਪ੍ਰਕਾਰ ਜਦੋਂ ਭਾਈ ਮਰਦਾਨਾ ਜੀ ਬੇਬੇ ਨਾਨਕੀ ਜੀ ਦੇ ਘਰੋਂ ਤੁਰਨ ਲੱਗਦੇ ਨੇ, ਬੇਬੇ ਨਾਨਕੀ ਜੀ ਉਹਨਾਂ ਨੂੰ ਪ੍ਰਸ਼ਾਦੇ ਪਾਣੀ ਲਈ ਕਹਿੰਦੇ ਨੇ। ਪ੍ਰਸ਼ਾਦਾ ਪਾਣੀ ਛਕਦੇ ਨੇ, ਰੱਜ ਕਰਕੇ ਪੇਟ ਭਰਦੇ ਨੇ। ਇਸ ਪ੍ਰਕਾਰ ਜਾ ਕਰਕੇ ਮਨ ਦੇ ਅੰਦਰ ਸੋਚਦੇ ਜਾਂਦੇ ਨੇ। ਨਾਲੇ ਬੇਬੇ ਨਾਨਕੀ ਜੀ ਦੇ ਘਰ ਤੋਂ ਜੰਗਲਾਂ ਦੇ ਰਸਤੇ ਤੁਰੇ ਜਾਂਦੇ ਨੇ। ਭਾਈ ਮਰਦਾਨਾ ਮਨ ਦੇ ਅੰਦਰ ਗਿਣਤੀਆਂ ਮਿਣਤੀਆਂ ਸੋਚਾਂ ਵਿਚਾਰਾਂ ਕਰਦੇ ਜਾਂਦੇ ਨੇ ਕਿ ਗੁਰੂ ਨਾਨਕ ਦੇਵ ਜੀਆਂ ਦਾ ਕਿੰਨਾ ਸੋਹਣਾ ਕਾਰਜ ਮੋਦੀ ਖਾਨੇ ਦਾ ਚੱਲ ਰਿਹਾ ਸੀ। ਚਾਰੇ ਪਾਸੇ ਲੋਕਾਂ ਦੀ ਭੀੜ ਲੱਗੀ ਹੁੰਦੀ ਸੀ। ਲੋੜਵੰਦ ਮਹਾਰਾਜ ਜੀਆਂ ਦੇ ਸੋਭਾ ਦੇ ਗੀਤ ਸਾਰੇ ਸੁਲਤਾਨਪੁਰ ਲੋਧੀ ਵਿੱਚ ਗਾਉਂਦੇ ਸਨ। ਐਸਾ ਕੀ ਹੋਇਆ ਜੋ ਅੱਜ ਨਿੰਦਿਆ ਹੋ ਰਹੀ? ਕਿੰਨੇ ਸੁੰਦਰ ਗਹਿਣੇ ਸਤਿਗੁਰਾਂ ਦੇ ਸਰੀਰ ਉੱਪਰ ਸੋਭਾ ਪਾਉਂਦੇ ਸਨ, ਅੱਜ ਮਹਾਰਾਜ ਫਕੀਰ ਬਣੇ ਬੈਠੇ ਨੇ। ਕਿੰਨੇ ਸੁੰਦਰ ਰੇਸ਼ਮ ਅਤੇ ਪਸ਼ਮੀਨੇ ਦੇ ਵਸਤਰ ਪਹਿਨਦੇ ਸਨ, ਅੱਜ ਲੱਗਦਾ ਹੈ ਭਗਵੀਆਂ ਕੱਪੜਿਆਂ ਦੇ ਵਿੱਚ ਬੈਠੇ ਹੋਣ।
ਇਸ ਪ੍ਰਕਾਰ ਜਦੋਂ ਭਾਈ ਮਰਦਾਨਾ ਗਿਣਤੀਆਂ ਮਿਣਤੀਆਂ ਕਰਦੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਜਾ ਕੇ ਦਰਸ਼ਨ ਕਰਦੇ ਨੇ। ਮਹਾਰਾਜ ਸਮਾਧੀ ਅੰਦਰ ਹੁੰਦੇ ਨੇ, ਸਮਾਧੀ ਅੰਦਰ ਵਿਰਾਜੇ ਹੁੰਦੇ ਨੇ। ਭਾਈ ਮਰਦਾਨਾ ਜੀ ਜਾ ਕੇ ਕਈ ਤਰੀਕਿਆਂ ਦੇ ਨਾਲ ਦੰਡੌਤ ਵੰਦਨਾ ਕਰਦੇ ਨੇ, ਨਮਸਕਾਰਾਂ ਕਰਦੇ ਨੇ। ਮਹਾਰਾਜ ਜੀਆਂ ਨੂੰ ਜਦੋਂ ਪ੍ਰਤੀਤ ਹੁੰਦਾ ਹੈ ਕਿ ਸਾਡੇ ਪਾਸ ਸਾਡਾ ਮਿੱਤਰ, ਸਾਡਾ ਸੇਵਕ, ਬਹੁਤ ਹੀ ਸ਼ਰਧਾ ਭਾਵਨਾ ਵਾਲਾ ਭਾਈ ਮਰਦਾਨਾ ਪਹੁੰਚਿਆ ਹੈ। ਭਾਈ ਮਰਦਾਨੇ ਨੂੰ ਪੁੱਛਣਾ ਕਰਦੇ ਨੇ ਕਿ ਭਾਈ ਮਰਦਾਨਾ ਕਿਵੇਂ ਆਉਣਾ ਹੋਇਆ। ਸਾਰੀ ਵਾਰਤਾਲਾਪ, ਸਾਰੀ ਕਹਾਣੀ, ਸਾਰੀ ਗਾਥਾ ਭਾਈ ਮਰਦਾਨਾ ਦੱਸਦੇ ਨੇ ਕਿ ਮਹਾਰਾਜ ਸੁਲਤਾਨਪੁਰ ਲੋਧੀ ਤੋਂ ਕਿਸੇ ਨੇ ਜਾ ਕੇ ਆਪ ਜੀਆਂ ਦੇ ਮਾਤਾ ਪਿਤਾ ਨੂੰ ਇੱਦਾਂ ਦੱਸਿਆ ਕਿ ਆਪ ਜੀ ਦਾ ਪੁੱਤਰ ਹੁਣ ਫਕੀਰ ਹੋ ਗਿਆ ਹੈ ਤੇ ਆਪ ਜੀਆਂ ਦੇ ਪਿਤਾ ਬਾਬਾ ਕਲਿਆਣ ਚੰਦ ਨੇ ਮੈਨੂੰ ਛੇਤੀ ਦੇ ਨਾਲ ਆਪ ਜੀਆਂ ਦੀ ਸੁਖ ਸ਼ਾਂਤੀ ਦੀ ਖਬਰ ਲੈਣ ਵਾਸਤੇ ਭੇਜਿਆ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੂੰ ਪੁੱਛਣ ਲੱਗਾ ਭਾਈ ਮਰਦਾਨਾ ਕਿ ਗੁਰੂ ਨਾਨਕ ਦੇਵ ਜੀ ਕੈਸਾ ਕੀ ਹੋਇਆ ਜੋ ਆਪ ਜੀਆਂ ਨੇ ਘਰ-ਬਾਰ ਮੋਦੀ ਖਾਨੇ ਦਾ ਸਾਰਾ ਕੰਮਕਾਰ ਤਿਆਗ ਦਿੱਤਾ ਹੈ। ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਾਰੇ ਬਚਨ ਸੁਣੀ ਗਏ ਭਾਈ ਮਰਦਾਨੇ ਦੇ। ਅਖੀਰ ਵਿੱਚ ਬੋਲੇ, ਭਾਈ ਮਰਦਾਨਾ ਤੂੰ ਸਾਡੀ ਖਬਰ ਲੈਣ ਵਾਸਤੇ ਆਇਆ ਹੈ, ਤੂੰ ਸਾਨੂੰ ਘਰ ਲਿਜਾਣ ਵਾਸਤੇ ਆਇਆ ਹੈ ਤੇ ਸੁਣ ਬਚਨ, ਅੱਜ ਤੋਂ ਬਾਅਦ ਤੂੰ ਵੀ ਆਪਣੇ ਘਰ-ਬਾਰ ਦੀ ਖਬਰ ਤਿਆਗ ਦੇ, ਸਾਡੇ ਨਾਲ ਸੰਗਤ ਕਰ, ਸਾਡੇ ਨਾਲ ਸੰਸਾਰ ਦੇ ਵਿੱਚ ਵਿਚਰ ਤੇ ਆਪਣਾ ਜੀਵਨ ਸਫਲ ਕਰ। ਇਸ ਪ੍ਰਕਾਰ ਭਾਈ ਮਰਦਾਨੇ ਨੂੰ ਬਚਨ ਕੀਤੇ ਨੇ ਕਿ ਭਾਈ ਮਰਦਾਨਾ ਜੋ ਇਹ ਸੰਸਾਰ ਹੈ ਨਾ, ਇਹ ਸਾਰਾ ਹੀ ਝੂਠਾ ਹੈ। ਇਹ ਜਿਵੇਂ ਕੋਈ ਰਾਤ ਨੂੰ ਮਨੁੱਖ ਸੌ ਜਾਵੇ ਤੇ ਸੁਪਨੇ ਦੇ ਵਿੱਚ ਬੜੇ ਧਨ ਦੌਲਤ ਪਦਾਰਥ ਕਰ ਲਵੇ, ਪ੍ਰਾਪਤ ਕਰ ਲਵੇ, ਰਾਜ ਭਾਗ ਪ੍ਰਾਪਤ ਕਰ ਲਵੇ, ਪਰ ਜਦੋਂ ਜਾਗ ਆਉਂਦੀ ਹੈ, ਸੁਪਨਾ ਟੁੱਟਦਾ ਹੈ ਤੇ ਫਿਰ ਭਿਖਾਰੀ ਦਾ ਭਿਖਾਰੀ ਹੀ ਹੁੰਦਾ ਹੈ। ਇਹ ਸੰਸਾਰ ਹੈ ਜੋ ਇਹ ਝੂਠਾ ਹੈ। ਮਨੁੱਖ ਜਾਗਦਾ ਹੋਇਆ ਸੁਪਨੇ ਵੇਖ ਰਿਹਾ ਹੈ, ਇਸ ਸੰਸਾਰ ਨੂੰ ਸੱਚ ਜਾਣ ਰਿਹਾ ਹੈ, ਪਰ ਜਦੋਂ ਮੌਤ ਆਵੇਗੀ ਉਦੋਂ ਉਹਦੀ ਇਹ ਨੀਂਦ ਟੁੱਟੇਗੀ, ਫਿਰ ਉਹਨੂੰ ਸੱਚ ਪ੍ਰਤੀਤ ਹੋਵੇਗਾ। ਸੰਸਾਰ ਦੇ ਉਹ ਮਾਇਆ ਜਿੰਨੇ ਵੀ ਪਦਾਰਥ ਨੇ ਸਾਰੇ ਹੀ ਕੂੜ, ਸਾਰੇ ਹੀ ਝੂਠੇ ਨਜ਼ਰ ਆਉਣਗੇ। ਸਾਡੀ ਸੰਗਤ ਕਰ, ਤੇਰੇ ਹਿਰਦੇ ਦੇ ਅੰਦਰ ਸੂਰਜ ਵਾਂਗ ਗਿਆਨ ਦਾ ਪ੍ਰਕਾਸ਼ ਹੋਵੇਗਾ। ਜਦੋਂ ਪ੍ਰਕਾਸ਼ ਹੋਇਆ ਤੇ ਅਗਿਆਨ ਦੂਰ ਹੋ ਜਾਵੇਗਾ, ਸਾਰਾ ਸੰਸਾਰ ਝੂਠਾ ਨਜ਼ਰ ਆਵੇਗਾ। ਇਸ ਪ੍ਰਕਾਰ ਭਾਈ ਮਰਦਾਨਾ ਜੀ ਅਤੇ ਗੁਰੂ ਨਾਨਕ ਦੇਵ ਜੀ ਆਪਸ ਦੇ ਵਿੱਚ ਵਚਨ ਵਿਲਾਸ ਕਰ ਰਹੇ ਨੇ। ਇੱਥੋਂ ਤੱਕ ਜੋ ਬੀਤਿਆ ਇਤਿਹਾਸ ਕੱਲ ਤੱਕ ਕਥਾ ਵਿਚਾਰ ਆਈ ਸੀ, ਆਓ ਜਿਸ ਪ੍ਰਕਾਰ ਆਉਣ ਵਾਲਾ ਇਤਿਹਾਸ ਹੈ, ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਨਾਨਕ ਦੇਵ ਜੀ ਦਾ ਓਟ ਆਸਰਾ ਲੈਂਦੇ ਹੋਏ ਆਉਣ ਵਾਲਾ ਇਤਿਹਾਸ ਸ਼ਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਸ੍ਰੀ ਨਾਨਕ ਬਚ ਸੁਣੇ ਸੁਭਾਗੂ। ਇਸ ਪ੍ਰਕਾਰ ਜਦੋਂ ਭਾਈ ਮਰਦਾਨਾ ਜੀ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਸੁੰਦਰ ਬਚਨ ਸੁਣੇ ਨੇ, ਪਾਇਓ ਸਹਿਜ ਹਿਰਦੈ ਵਿਰਾਗੂ। ਤੇ ਸੁਤੇ ਸਦ ਹੀ ਸਤਿਗੁਰਾਂ ਦੇ ਬਚਨ ਕਰਦੇ ਕਰਦੇ ਭਾਈ ਮਰਦਾਨੇ ਦੇ ਹਿਰਦੇ ਅੰਦਰ ਬੈਰਾਗ ਪ੍ਰੇਮ ਪੈਦਾ ਹੋਇਆ ਹੈ। ਜਾਹੇ ਨਾਮ ਅਗਿਆਨ ਮਿਟਾਵਹਿ। ਜਾਹੇ ਨਾਮ ਅਗਿਆਨ ਮਿਟਾਵਹਿ। ਐਸਾ ਸਤਿਗੁਰਾਂ ਨੇ ਨਾਮਦਾਨ ਦੀ ਬਖਸ਼ਿਸ਼ ਕੀਤੀ। ਭਾਈ ਮਰਦਾਨੇ ਦੇ ਹਿਰਦੇ ਅੰਦਰੋਂ ਸਾਰਾ ਹੀ ਅਗਿਆਨ, ਸਾਰਾ ਹੀ ਕੂੜ, ਸਾਰਾ ਹੀ ਝੂਠ ਮਿਟਾ ਦਿੱਤਾ ਹੈ। ਇਹ ਉਪਦੇਸ਼ ਬੋਧ ਕਿਉ ਨਾ ਆਵਹਿ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਰਬ ਕਲਾ ਸਮਰੱਥ ਕਵੀ ਜੀ ਕਹਿੰਦੇ ਉਪਦੇਸ਼ ਦਿੰਦੇ ਹੋਣ ਤੇ ਸੁਣਨ ਵਾਲੇ ਦੇ ਹਿਰਦੇ ਅੰਦਰ ਕਿਵੇਂ ਨਾ ਨਾਮ ਦੀ ਬਖਸ਼ਿਸ਼ ਹੋਵੇ, ਕਿਵੇਂ ਨਾ ਗਿਆਨ ਪੈਦਾ ਹੋਵੇ। ਬਿਗਸ ਬਦਨ ਤੇ ਬਚਨ ਪ੍ਰਕਾਸ਼ਾ। ਇਸ ਪ੍ਰਕਾਰ ਭਾਈ ਬਾਲਾ ਜੀ ਹੱਸ ਕਰਕੇ ਸਤਿਗੁਰਾਂ ਨੂੰ ਕਹਿਣ ਲੱਗੇ ਨੇ, ਇੱਛਾ ਗਗਨ ਕਾਰਨ ਕਹਿ ਆਸਾ। ਕਹਿਣ ਲੱਗੇ, ਮਹਾਰਾਜ ਤੁਸੀਂ ਮੈਨੂੰ ਕਹਿ ਦਿੱਤਾ ਹੈ ਕਿ ਹੁਣ ਆਪਣੇ ਵੀ ਘਰ-ਬਾਰ ਦੀ ਖਬਰ ਤਿਆਗ ਦੇ, ਹੁਣ ਆਉਣ ਜਾਣ ਦੀ ਗੱਲ ਨਹੀਂ ਕਰਨੀ, ਕਿਰਪਾ ਕਰਕੇ ਮੈਨੂੰ ਦੱਸਣਾ ਕਰੋ ਤੁਸੀਂ ਮੈਨੂੰ ਕਿਸ ਰਸਤੇ ਲੈ ਕੇ ਜਾਣਾ ਚਾਹੁੰਦੇ ਹੋ, ਕਿਸ ਦਿਸ਼ਾ ਵੱਲ ਲੈ ਕੇ ਜਾਣਾ ਚਾਹੁੰਦੇ ਹੋ। ਤੁਮ ਕਾਰਜ ਜੋ ਮਮ ਆਧੀਨਾ। ਮਹਾਰਾਜ ਤੁਸੀਂ ਕਿਹੜਾ ਕਾਰਜ ਕਰਨਾ ਚਾਹੁੰਦੇ ਹੋ, ਮੈਨੂੰ ਨਾਲ ਲੈ ਕੇ। ਮੈਂ ਆਪ ਜੀਆਂ ਦੇ ਅਧੀਨ ਹਾਂ, ਆਪ ਜੀਆਂ
ਜਿਵੇਂ ਆਪ ਜੀ ਹੁਕਮ ਕਰੋਗੇ ਆਪ ਜੀਆਂ ਦੀ ਰਜਾ ਵਿੱਚ ਰਾਜੀ ਰਹਾਂਗਾ। ਤੁਮਰੇ ਦਰਸ ਕਰਖ ਮਨ ਕੀਆ, ਆਪ ਜੀਆਂ ਦੇ ਦਰਸ਼ਨ ਕਰਕੇ ਹੀ ਮੇਰਾ ਹਿਰਦਾ ਗਦ-ਗਦ ਹੋ ਉੱਠਿਆ ਹੈ। ਮੇਰੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਇਆ ਹੈ। ਏਕ ਆਸ ਨਾਸੀ ਅਬਬੀਆ, ਮਹਾਰਾਜ ਹੁਣ ਤਾਂ ਇੱਕੋ ਹੀ ਆਸ ਹੈ, ਆਪ ਜੀਆਂ ਦਾ ਹੋ ਚੁੱਕਾ ਹਾਂ। ਆਪ ਜੀਆਂ ਦੇ ਹੁਕਮ ਦੇ ਹੇਠ ਰਹਿ ਕਰਕੇ ਜੀਵਨ ਬਤੀਤ ਕਰਨਾ ਹੈ। ਹੋਰ ਸੰਸਾਰ ਦੀਆਂ ਜਿੰਨੀਆਂ ਵੀ ਆਸਾਂ ਹਨ, ਜਿੰਨੇ ਵੀ ਖੁਆਬ ਹਨ ਮੇਰੀ ਜ਼ਿੰਦਗੀ ਦੇ, ਉਹ ਸਾਰੇ ਹੀ ਨਾਸ਼ ਹੋ ਚੁੱਕੇ ਨੇ। ਬਸ ਇੱਕੋ ਹੀ ਆਸ ਬਚੀ ਹੈ ਕਿ ਹੁਣ ਆਪ ਜੀਆਂ ਦਾ ਹਾਂ, ਆਪ ਜੀਆਂ ਨਾਲ ਜੀਵਨ ਬਤੀਤ ਕਰਾਂਗਾ। ਜਗਤ ਵਿਕਾਰਨ ਤੇ ਵੀ ਸ਼ਾਂਤੀ, ਤੇ ਜਿਹੜੇ ਸੰਸਾਰ ਦੇ ਵਿਸ਼ੇ ਵਿਕਾਰ ਨੇ ਇਹ ਸਾਰੇ ਮਿਟ ਚੁੱਕੇ ਨੇ। ਹਿਰਦੇ ਨੂੰ ਸ਼ਾਂਤੀ ਆਈ ਹੈ ਔਰ ਆਨੰਦ ਉਪਜਾ ਬਹੁ ਭਾਂਤੀ, ਤੇ ਬਹੁਤਿਆਂ ਤਰੀਕਿਆਂ ਦੇ ਨਾਲ ਮੇਰੇ ਹਿਰਦੇ ਅੰਦਰ ਖੁਸ਼ੀ ਖੇੜਾ ਬਣਿਆ ਹੈ, ਆਨੰਦ ਆਇਆ ਹੈ। ਦੋਹਰਾ ਕਹਿ ਤਿਸ ਕਰੋ ਬਿਆਨ ਆਪ, ਮਹਾਰਾਜ ਦੱਸਣਾ ਕਰੋ ਹੁਣ ਜਰਾ ਕਿਹੜੀ ਦਿਸ਼ਾ ਵੱਲ ਨੂੰ ਚਾਲੇ ਪਾਉਣੇ ਨੇ। ਮੈਂ ਤਿਆਰ ਬਰ ਤਿਆਰ ਹਾਂ। ਸੰਗ ਲੈ ਕਰ ਮੋਹੇ, ਮੈਨੂੰ ਨਾਲ ਲੈ ਕਰਕੇ ਮਹਾਰਾਜ ਕਿਸ ਦਿਸ਼ਾ ਵੱਲ ਜਾਣਾ ਚਾਹੁੰਦੇ ਹੋ। ਸੁਨ ਮਰਦਾਨੇ ਕੇ ਬਚਨ, ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਬਹੁਤੇ ਪ੍ਰੇਮ ਭਰੇ ਜਦੋਂ ਭਾਈ ਮਰਦਾਨੇ ਦੇ ਬਚਨ ਸੁਣੇ ਨੇ। ਬੋਲੇ ਆਨੰਦ ਸੰਦੋਹੇ, ਮਹਾਰਾਜ ਆਨੰਦ ਖੁਸ਼ੀ ਦੇ ਘਰ, ਗੁਣਾਂ ਦੇ ਘਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸੁੱਖਾਂ ਦੇ ਸਮੁੰਦਰ ਇਸ ਪ੍ਰਕਾਰ ਬੋਲੇ ਨੇ। ਜੋ ਭਈ ਨਹੀਂ ਪ੍ਰਥਮ ਇਹ ਕੋਈ ਵਿਚਾਰਾ, ਮਹਾਰਾਜ ਕਹਿਣ ਲੱਗੇ ਭਾਈ ਮਰਦਾਨੇ ਅਸੀਂ ਆਪਣੇ ਹਿਰਦੇ ਅੰਦਰ ਕੋਈ ਵਿਚਾਰ ਨਹੀਂ ਕੀਤੀ ਕਿ ਪੂਰਬ ਵੱਲ ਜਾਂ ਪੱਛਮ ਵੱਲ ਜਾਂ ਉੱਤਰ ਜਾਂ ਦੱਖਣ ਵੱਲ ਕਿਸ ਦਿਸ਼ਾ ਵੱਲ ਜਾਣਾ ਹੈ। ਜਿਹੇ ਲੈ ਜਾਵਹਿ ਸ੍ਰੀ ਕਰਤਾਰਾ, ਜਿਸ ਰਸਤੇ ਸਾਨੂੰ ਸ਼੍ਰੋਮਣੀ ਕਰਤਾਰਾ ਅਕਾਲ ਪੁਰਖ ਵਾਹਿਗੁਰੂ ਲੈ ਜਾਵੇਗਾ। ਤਿਤ ਤਿਸ ਚਲਹੁ ਸੰਗ ਹਰਿ ਖਾਏ, ਉਸ ਰਸਤੇ ਹੀ ਅਸੀਂ ਖੁਸ਼ੀ ਖੁਸ਼ੀ ਖੇੜੇ ਦੇ ਨਾਲ ਚੱਲ ਪਾਵਾਂਗੇ। ਮੋਹ ਲੋਭ ਕਹੁ ਹਿਰਦੇ ਬਿਹਾਏ, ਤੇ ਜਿਹੜਾ ਤੇਰੇ ਅੰਦਰ ਪ੍ਰੇਮ ਹੈ ਨਾ, ਪਰਿਵਾਰ ਦਾ ਮੋਹ ਹੈ ਜਾਂ ਕੰਮਕਾਰ ਦਾ ਲਾਲਚ ਹੈ, ਇਹ ਵਿਹਾਏ ਭਾਵ ਤਿਆਗ ਦੇ ਤੂੰ। ਸੁਨ ਪ੍ਰਭ ਏਕ ਕਠਨ ਬਿਤ ਮੋਹੂ, ਤੇ ਕਹਿਣ ਲੱਗਾ ਭਾਈ ਮਰਦਾਨਾ ਮਹਾਰਾਜ ਇੱਕ ਬੜਾ ਔਖਾ ਕੰਮ ਹੈ, ਮੈਂ ਬੜਾ ਕਸੂਤਾ ਫਸਿਆ ਹੋਇਆ ਹਾਂ, ਮੈਨੂੰ ਇਹ ਸੁਝਾਅ ਦੇਵੋ। ਦੁਖ ਤਿਸ ਤੇ ਮੁਸ਼ਕਲ ਸੀ ਜੋਹੂ, ਮਹਾਰਾਜ ਦੋਵਾਂ ਦਿਸ਼ਾ ਦੇ ਵੱਲ ਔਖਾ ਹੈ। ਇੱਕ ਪਾਸੇ ਆਪ ਜੀ ਮੇਰੇ ਪਿਆਰੇ ਹੋ, ਇੱਕ ਪਾਸੇ ਆਪ ਜੀਆਂ ਦਾ ਪਰਿਵਾਰ ਹੈ ਜਿਹਦਾ ਮੈਂ ਬਹੁਤਾ ਸਤਿਕਾਰ ਕਰਦਾ ਹਾਂ। ਤੁਮਰੀ ਸੁਧ ਸੁਨ ਪਿਤ ਮਹਤਾਰੀ, ਮਹਾਰਾਜ ਆਪ ਜੀਆਂ ਦੀ ਜਦੋਂ ਦੀ ਖਬਰ ਸੁਣੀ ਹੈ ਨਾ, ਆਪ ਜੀਆਂ ਦੇ ਪਰਿਵਾਰ ਨੇ ਕਿ ਸਾਡਾ ਪੁੱਤਰ ਫਕੀਰ ਹੋਇਆ ਹੈ, ਆਪ ਜੀਆਂ ਦੇ ਮਾਤਾ ਪਿਤਾ ਬਹੁਤੇ ਦੁਖੀ ਨੇ ਤੇ ਆਪ ਜੀਆਂ ਦੀ ਖਬਰ ਲੈਣ ਵਾਸਤੇ ਮੈਨੂੰ ਘੱਲਿਆ ਹੈ। ਸੁਨਹਿ ਤੇ ਮੁਝ ਲੀਨ ਹਕਾਰੀ, ਉਦੋਂ ਦਾ ਆਪ ਜੀਆਂ ਦੇ ਪਿਤਾ ਨੇ ਕਿਸੇ ਦੇ ਹੱਥ ਸੁਨੇਹਾ ਘੱਲ ਕੇ ਮੈਨੂੰ ਆਪਣੇ ਘਰ ਬੁਲਾਇਆ ਸੀ। ਕੁਸਲ ਲੈਨ ਮੁਝ ਤੁਰਤ ਪਠਾਇਆ, ਤੇ ਛੇਤੀ ਦੇ ਨਾਲ ਆਪ ਜੀਆਂ ਦੀ ਸੁਖ ਸ਼ਾਂਤੀ ਖਬਰ ਲੈਣ ਵਾਸਤੇ ਆਪ ਜੀਆਂ ਦੇ ਮਾਤਾ ਪਿਤਾ ਨੇ ਮੈਨੂੰ ਇੱਥੇ ਭੇਜਿਆ ਹੈ। ਬਿਨ ਵਿਲੰਬ ਆਇਓ ਧਾਇਆ, ਤੇ ਆਪ ਜੀਆਂ ਦੇ ਪਿਤਾ ਨੇ ਕਹਿ ਕੇ ਘੱਲਿਆ ਹੈ ਭਾਈ ਮਰਦਾਨੇ ਖਬਰ ਲਿਆਉਣ ਵਿੱਚ ਰਤੀ ਪਰ ਦੇਰ ਨਾ ਕਰੀ, ਛੇਤੀ ਤੋਂ ਛੇਤੀ ਜਿੰਨਾ ਛੇਤੀ ਹੋ ਸਕੇ ਓਨੀ ਛੇਤੀ ਤਲਵੰਡੀ ਨਗਰ ਅੰਦਰ ਵਾਪਸੀ ਕਰੇ ਤੋਂ। ਇਤਿਸ ਕੀ ਉਡੀਕ ਸੋ ਕਰਹੀ, ਮਹਾਰਾਜ ਇੱਕ ਪਾਸੇ ਤੁਹਾਡਾ ਪਰਿਵਾਰ ਮੇਰੀ ਉਡੀਕ ਕਰ ਰਿਹਾ ਹੈ। ਰਾਵਣ ਕੀ ਚਿਤ ਚਿੰਤਾ ਧਰਹੀ, ਕਿਉਂਕਿ ਉਹਨਾਂ ਨੂੰ ਆਪ ਜੀਆਂ ਦੇ ਮਾਤਾ ਪਿਤਾ ਨੂੰ ਆਪ ਜੀਆਂ ਦੀ ਬਹੁਤੀ ਚਿੰਤਾ ਹੈ, ਬਹੁਤੇ ਦੁਖੀ ਨੇ। ਦੁਖਰਾ ਨਿਜਰ ਜਾਏ ਟਿਕ ਰਹਿਨ, ਮਹਾਰਾਜ ਇਧਰ ਆਪ ਜੀਆਂ ਨੇ ਹੁਕਮ ਕਰ ਦਿੱਤਾ ਹੈ ਕਿ ਅੱਜ ਤੋਂ ਬਾਅਦ ਤੂੰ ਮੇਰੇ ਨਾਲ ਰਹਿਣਾ ਹੈ, ਘਰੇ ਆਉਣ ਜਾਣ ਦੀ ਗੱਲ ਨਹੀਂ ਕਰਨੀ। ਕੀ ਜਾਬਤ ਮੁਸ਼ਕਲ ਹੋਏ, ਇਸ ਲਈ ਮੇਰਾ ਬੜਾ ਮੁਸ਼ਕਲ ਸਮਾਂ ਚੱਲ ਰਿਹਾ ਹੈ, ਬੜੀ ਮੁਸ਼ਕਲ ਬਣੀ ਹੈ, ਮੈਂ ਕਿਹੜੇ ਪਾਸੇ ਜਾਵਾਂ। ਜਾਨੋ ਬਨੇ ਨਾ ਅਬ ਤਹਾਂ,
ਭਾਈ ਮਰਦਾਨੇ ਦੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ ਨੇ। ਕਰੋ ਆਪ ਜੇ ਭਲ ਮਨ ਮਾਨਾ। ਕਹਿਣ ਲੱਗੇ ਭਾਈ ਮਰਦਾਨੇ ਫਿਰ ਏਦਾਂ ਕਰ, ਜਿਵੇਂ ਤੇਰੇ ਮਨ ਨੂੰ ਚੰਗਾ ਲੱਗਦਾ ਹੈ ਨਾ, ਤੂੰ ਆਪਣੀ ਮਰਜ਼ੀ ਕਰ ਲੈ। ਹਮਰੇ ਸੰਗ ਕਠਨਤਾ ਰਹਿਣਾ। ਕਿਉਂਕਿ ਮੇਰੇ ਨਾਲ ਰਹਿਣਾ ਕੋਈ ਸੌਖਾ ਕੰਮ ਨਹੀਂ, ਮੇਰੇ ਨਾਲ ਰਹਿਣਾ ਤਾਂ ਬੜਾ ਔਖਾ ਕਾਰਜ ਹੈ। ਤ੍ਰਿਸ਼ਨਾ ਦਹਿਨ ਵਿਖੇ ਜੋ ਦਹਿਨਾ। ਜਿਹੜਾ ਤੇਰਾ ਹਿਰਦਾ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਰਿਹਾ ਹੈ, ਤੋਏ ਸੰਤੋਖ ਬੁਝਾਵਨ ਕਰਹੀ। ਜੇਕਰ ਮੇਰੇ ਨਾਲ ਰਹਿਣਾ ਹੈ ਤੇ ਸਬਰ ਸੰਤੋਖ ਦਾ ਪਾਣੀ ਪਾ ਕੇ ਇਸ ਤ੍ਰਿਸ਼ਨਾ ਦੀ ਅੱਗ ਨੂੰ ਬੁਝਾਉਣਾ ਪਵੇਗਾ। ਹਮ ਸੰਗਤ ਕੋ ਅਨੁਸਰਹੀ। ਫਿਰ ਮੇਰੀ ਸੰਗਤ ਤੈਨੂੰ ਪ੍ਰਾਪਤ ਹੋਵੇਗੀ। ਸਬਰ ਸੰਤੋਖ ਵਾਲਾ ਜੀਵਨ ਬਣਾ। ਆਸਨ ਬਸਨ ਪ੍ਰਾਪਤ ਕਹਿ ਕਾਲੂ। ਕਹਿਣ ਲੱਗੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ, ਆਸਨ ਬਸਨ ਜਿਹੜੇ ਵਸਤਰ ਹਨ ਅਤੇ ਭੋਜਨ ਹੈ ਨਾ, ਇਹ ਤਾਂ ਤੈਨੂੰ ਪੂਰਨ ਤੌਰ ਤੇ ਬਾਬਾ ਕਲਿਆਣ ਚੰਦ ਦੇ ਨਗਰ ਤਲਵੰਡੀ ਨਗਰ ਅੰਦਰ ਹੀ ਮਿਲਣਗੇ। ਚੰਗੇ ਵਸਤਰ ਪਹਿਨਣ ਨੂੰ, ਚੰਗਾ ਭੋਜਨ ਖਾਣ ਨੂੰ ਤੈਨੂੰ ਤੇਰੇ ਘਰ ਅੰਦਰ ਮਿਲੇਗਾ, ਮੇਰੇ ਨਾਲ ਨਹੀਂ। ਮੈਂ ਪਾਵਹਿ ਦਿਨ ਹੋਏ ਬਿਹਾਲੂ। ਤੇ ਮੇਰੇ ਨਾਲ ਜੇਕਰ ਰਵੇਗਾ, ਪਤਾ ਨਹੀਂ ਕਿੰਨੇ ਕਿੰਨੇ ਦਿਨ ਭੋਜਨ ਪ੍ਰਾਪਤ ਨਹੀਂ ਹੋਵੇਗਾ, ਪਹਿਨਣ ਨੂੰ ਚੰਗੇ ਵਸਤਰ ਸਾਫ ਵਸਤਰ ਮਿਲਣਗੇ ਜਾਂ ਮੈਲੇ ਪਾ ਕੇ ਗੁਜ਼ਾਰਾ ਕਰਨਾ ਪਵੇਗਾ। ਮੇਰੇ ਨਾਲ ਰਹਿਣਾ ਬੜਾ ਔਖਾ ਕਾਰਜ ਹੈ। ਸੁਖ ਭੋਗਨ ਜੇ ਪਿਆਸ ਵਿਸਾਲਾ। ਜੇਕਰ ਤੇਰੇ ਹਿਰਦੇ ਅੰਦਰ ਭਾਈ ਮਰਦਾਨੇ ਸੁੱਖਾਂ ਨੂੰ ਤੇ ਵਿਸ਼ੇ ਵਿਕਾਰਾਂ ਨੂੰ ਭੋਗਣ ਦੀ ਇੱਛਾ ਹੈ, ਤੋ ਜਾਵੋ ਕਾਲੂ ਪਿਤ ਪਾਸਾ। ਤਾਂ ਫਿਰ ਜਿੱਥੇ ਮੇਰੇ ਮਾਤਾ ਪਿਤਾ ਤਲਵੰਡੀ ਨਗਰ ਅੰਦਰ ਵਸਦੇ ਨੇ, ਤੂੰ ਆਪਣੇ ਘਰ ਮੁੜ ਜਾ। ਬੈਸਨ ਰਹਿਣ ਮਿਲਨ ਪਰਵਾਰਾ। ਉੱਥੇ ਹੀ ਤੈਨੂੰ ਪਰਿਵਾਰ ਦੇ ਨਾਲ ਬੈਠਣਾ ਉੱਠਣਾ ਮਿਲਣਾ ਪ੍ਰਾਪਤ ਹੋਵੇਗਾ। ਇਹ ਬਾਤੈ ਸਮਦ ਅਗਾਰਾ। ਇਸ ਪ੍ਰਕਾਰ ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਦੇ ਬਚਨ ਭਾਈ ਮਰਦਾਨੇ ਨੇ ਸੁਣੇ ਨੇ, ਲੋਭਰਾ ਛੁਦਾ ਲਗਣਤਾ ਜਾਨੀਏ। ਮਹਾਰਾਜ ਕਹਿਣ ਲੱਗੇ ਭਾਈ ਮਰਦਾਨਾ ਸਾਡੇ ਨਾਲ ਰਹਿਣਾ ਤੇ ਨੰਗਾ ਵੀ ਰਹਿਣਾ ਪੈਣਾ ਹੈ ਤੇ ਭੁੱਖਾ ਵੀ ਰਹਿਣਾ ਪੈਣਾ ਹੈ। ਪੁਨ ਰਹਿਣ ਉਦਿਆਨ। ਤੇ ਫਿਰ ਜੰਗਲਾਂ ਦੇ ਵਿੱਚ ਰਹਿਣਾ ਪੈਣਾ ਹੈ। ਸੁੰਦਰ ਜਿਹੜੇ ਪੋਸ਼ਾਕੇ ਨੇ ਜਾਂ ਸੁੰਦਰ ਭੋਜਨ ਹੈ ਇਹ ਪ੍ਰਾਪਤ ਨਹੀਂ ਹੋਵੇਗਾ। ਮਖਮਲੀ ਸੇਜਾਂ ਪ੍ਰਾਪਤ ਨਹੀਂ ਹੋਣਗੀ। ਜਿੱਥੇ ਨੀਂਦ ਆਵੇਗੀ ਕੰਡਿਆਂ ਦੇ ਉੱਪਰ, ਪੱਥਰਾਂ ਦੇ ਉੱਪਰ, ਪੱਤਿਆਂ ਦੇ ਉੱਪਰ ਹੀ ਬਿਰਾਜਣਾ ਪਵੇਗਾ। ਸਾਡੇ ਨਾਲ ਰਹਿਣਾ ਤਾਂ ਐਸਾ ਹੋਵੇਗਾ। ਸੰਗ ਰਹਿਣ ਮਮ ਤੋਬਨੇ। ਮੇਰੇ ਨਾਲ ਰਹਿਣਾ ਤਾਂ ਭਾਈ ਮਰਦਾਨੇ ਤੇਰਾ ਤਾਂ ਬਣਦਾ ਹੈ। ਕਰੇ ਔਰ ਪਰਵਾਨ। ਜੇਕਰ ਤੇਰਾ ਹਿਰਦਾ ਮੰਨਦਾ ਹੈ, ਜੇਕਰ ਤੇਰਾ ਮਨ ਮੰਨਿਆ ਹੋਇਆ ਹੈ ਨਾ ਕਿ ਮੇਰੇ ਨਾਲ ਤੂੰ ਜੀਵਨ ਬਤੀਤ ਕਰ ਲਵੇਗਾ, ਤਾਂ ਮੇਰੇ ਨਾਲ ਤੁਰੀ। ਜੇਕਰ ਮਨ ਨਹੀਂ ਮੰਨਦਾ, ਐਵੇਂ ਡਰਦੇ ਵਾਜੋ ਹੀ ਮੇਰੇ ਨਾਲ ਤੁਰਨ ਨੂੰ ਤਿਆਰ ਹੋਇਆ ਹੈ ਜਾਂ ਮੇਰਾ ਭੈ ਮੰਨਦਾ ਹੈ, ਫਿਰ ਮੇਰੇ ਨਾਲ ਨਾ ਜਾਏ, ਫਿਰ ਤੂੰ ਬਹੁਤਾ ਦੁਖੀ ਹੋਵੇਗਾ। ਜੇਕਰ ਤੇਰਾ ਹਿਰਦਾ ਮੰਨਦਾ ਹੈ, ਮਨ ਮੰਨਦਾ ਹੈ ਕਿ ਮੈਂ ਇਸ ਤਰ੍ਹਾਂ ਦਾ ਜੀਵਨ ਗੁਰੂ ਨਾਨਕ ਦੇਵ ਜੀਆਂ ਦੇ ਨਾਲ ਬਤੀਤ ਕਰ ਲਵਾਂਗਾ, ਫਿਰ ਮੇਰੇ ਨਾਲ ਤੁਰਨਾ ਕਰੇ। ਜੋ ਪਈ ਪ੍ਰਭ ਜੀ ਤ੍ਰਿਸ਼ਨਾ ਮਨ ਤੇ ਮੁਕੀ। ਭਾਈ ਮਰਦਾਨਾ ਜੀਆਂ ਨੇ ਸਾਰੇ ਬਚਨ ਸੁਣੇ ਨੇ। ਕਹਿਣ ਲੱਗੇ ਮਹਾਰਾਜ ਮੇਰੇ ਹਿਰਦੇ ਅੰਦਰ ਖਾਣ ਪੀਣ ਪਹਿਨਣ ਦੀ ਜਿਹੜੀ ਇੱਛਾ ਹੈ ਉਹ ਮੁੱਕ ਚੁੱਕੀ ਹੈ। ਆਨ ਜਾਨ ਕੀ ਆਸਾ ਚੁੱਕੀ। ਤੇ ਕਿਤੇ ਆਉਣ ਜਾਣ ਦੀ ਰਿਸ਼ਤੇਦਾਰੀਆਂ ਵਿੱਚ ਮਿਲਣਾ ਜੁਲਣਾ ਇਹ ਸਾਰੀ ਜਿਹੜੀ ਆਸਾ ਹੈ ਇਹ ਖਤਮ ਹੈ। ਤੁਮ ਸਮਾਨ ਕੋ ਨਦਰ ਨ ਆਵੇ। ਮੈਨੂੰ ਤਾਂ ਤੁਹਾਡੇ ਤੋਂ ਬਿਨਾਂ ਸੰਸਾਰ ਤੇ ਕੋਈ ਹੋਰ ਪਿਆਰਾ ਨਜ਼ਰ ਨਹੀਂ ਆਉਂਦਾ। ਦਿਲ ਕਰ ਪੈਖ ਖਦਯੋਤ ਨ ਭਾਵੇ। ਬਸ ਇੱਦਾਂ ਜਾਣ ਲਵੋ ਜਿਵੇਂ ਕਿਸੇ ਮਨੁੱਖ ਨੂੰ ਸੂਰਜ ਨਜ਼ਰ ਆ ਜਾਵੇ। ਜਿਹਨੂੰ ਸੂਰਜ ਦੀ ਪ੍ਰਾਪਤੀ ਹੋ ਜਾਵੇ ਉਹਨੇ ਜੁਗਨੂਆਂ ਤੋਂ ਕੀ ਲੈਣਾ ਹੈ। ਸੰਸਾਰ ਮੈਨੂੰ ਜੁਗਨੂਆਂ ਵਰਗਾ ਪ੍ਰਤੀਤ ਹੁੰਦਾ ਹੈ। ਆਪ ਜੀ ਸੂਰਜ ਦੀ ਨਿਆਈ ਨੂੰ ਤੇ ਮੈਂ ਸੂਰਜ ਦੇ ਚਾਨਣ ਹੇਠਾਂ ਰਹਿਣਾ ਚਾਹੁੰਦਾ ਹਾਂ। ਰਹੋ ਸੰਗ ਮੈਂ ਮਨ ਮਹਿ ਠਾਨੀ। ਤੇ ਮੈਂ ਮਨ ਦੇ ਅੰਦਰ ਹੁਣ ਅੰਦਾਜ਼ਾ ਲਾ ਲਿਆ ਹੈ, ਮਨ ਦੇ ਅੰਦਰ ਇਹ ਗੱਲ ਧਾਰਨ ਕਰ ਲਈ ਹੈ ਕਿ ਮੈਂ ਆਪ ਜੀਆਂ ਦੇ ਨਾਲ ਹੀ ਜੀਵਨ ਬਤੀਤ ਕਰਾਂਗਾ। ਸੁਣ ਸ੍ਰੀ ਗੁਰ ਬੋਲੇ ਮ੍ਰਿਤਬਾਨੀ। ਇਸ
ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬੜੀ ਪਿਆਰੀ ਬੜੀ ਕੋਮਲ ਬੋਲੀ ਬੋਲੇ ਨੇ। ਜਾਵੋ ਰਬਾਬ ਨਗਰ ਤੇ ਲਿਆਵੋ। ਕਹਿਣ ਲੱਗੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਫਿਰ ਏਦਾਂ ਕਰ, ਸੁਲਤਾਨਪੁਰ ਲੋਧੀ ਨਗਰ ਵਿੱਚ ਜਾ ਕਿਤੋਂ ਰਬਾਬ ਲੈ ਕੇ ਆ, ਰਬਾਬ ਖਰੀਦ ਕੇ ਲਿਆ। ਫਿਰ ਉਹ ਸੁੰਦਰ ਆਨ ਬਜਾਵੋ। ਤੇ ਸੁੰਦਰ ਜੀ ਰਬਾਬ ਵੇਖ ਕੇ ਲਿਆਈ, ਚੰਗੀ ਰਬਾਬ ਵੇਖ ਕੇ ਲਿਆਈ ਤੇ ਆ ਕੇ ਵਜਾਉਣਾ ਕਰੇ। ਸੁਣ ਪ੍ਰਭ ਜੀ ਮੈਂ ਕਬਨੇ ਨਾ ਗਾਇਆ। ਭਾਈ ਮਰਦਾਨਾ ਜੀ ਕਹਿਣ ਲੱਗੇ ਮਹਾਰਾਜ ਇਹ ਕੈਸਾ ਹੁਕਮ ਹੈ, ਮੈਂ ਤਾਂ ਅੱਜ ਤੱਕ ਨਾ ਰਬਾਬ ਵਜਾਈ ਹੈ ਤੇ ਨਾ ਅੱਜ ਤੱਕ ਕੋਈ ਗੀਤ ਗਾਇਆ ਹੈ। ਨਹੀਂ ਕੋ ਬਾਤ ਹੱਥ ਬਜਾਇਆ। ਮੇਰੇ ਇਹਨਾਂ ਹੱਥਾਂ ਨੇ ਅੱਜ ਤੱਕ ਕੋਈ ਵੀ ਬਾਜਾ ਕੋਈ ਵੀ ਸਾਜ਼ ਨਹੀਂ ਵਜਾਇਆ। ਕੇਤਕ ਬਾਸਰ ਮਹਿ ਸਿੱਖ ਲਿਓ। ਹਾਂ ਮਹਾਰਾਜ ਜੇਕਰ ਆਪ ਜੀ ਕਿਰਪਾ ਕਰੋ ਤੇ ਮੈਂ ਕੁਝ ਕੁ ਦਿਨ ਕਿਸੇ ਕੋਲੇ ਰਹਿ ਕਰਕੇ ਸਿੱਖ ਲਵਾਂਗਾ। ਗਾਵਨ ਬੋਹਰ ਬਜਾਵਨ ਭੇਉ। ਇਹ ਜਿਹੜਾ ਗਾਉਣ ਦਾ ਅਤੇ ਵਜਾਉਣ ਦਾ ਭੇਦ ਹੁੰਦਾ ਹੈ ਨਾ, ਕਹਿੰਦਾ ਮੈਂ ਇਹ ਕੁਝ ਕੁ ਦਿਨਾਂ ਵਿੱਚ ਹੀ ਸਿੱਖ ਲਵਾਂਗਾ। ਸ੍ਰੀ ਨਾਨਕ ਬੋਲੇ ਮਨ ਭਾਵਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਦੇ ਮਨ ਨੂੰ ਭਾਉਣ ਵਾਲੇ ਵਚਨ ਬੋਲੇ ਨੇ। ਗੁਣ ਗਾਵਨ ਤੇ ਬੋਹਰ ਬਜਾਵਨ। ਕਹਿਣ ਲੱਗੇ ਭਾਈ ਮਰਦਾਨਾ ਜੀ ਕੀ ਗੱਲ ਹੈ, ਭੁੱਲ ਗਏ ਹੋ? ਗਾਉਣ ਵਜਾਉਣ ਦਾ ਵਾਰ ਹੈ, ਜੋ ਗਾਉਣ ਵਜਾਉਣ ਦੀ ਦਾਤ ਹੈ ਇਹ ਤਾਂ ਮੈਂ ਆਪ ਜੀਆਂ ਨੂੰ ਪਹਿਲਾਂ ਹੀ ਬਖਸ਼ਿਸ਼ ਕੀਤੀ ਹੈ। ਸੋ ਲੈ ਕਰ ਤੈ ਕੈਸੇ ਕੀਨੋ। ਤੇ ਤੂੰ ਇਹ ਆਪਣੇ ਮੁਖ ਤੋਂ ਕਹਿ ਕਿਵੇਂ ਦਿੱਤਾ ਕਿ ਮੈਨੂੰ ਗਾਉਣਾ ਵਜਾਉਣਾ ਨਹੀਂ ਆਉਂਦਾ? ਇਹ ਦਾਤਾਂ ਤਾਂ ਤੈਨੂੰ ਮੈਂ ਬਖਸ਼ੀਆਂ ਨੇ। ਪੂਰਬ ਆਏ ਜੋ ਹਮ ਤੇ ਲੀਨੋ। ਭਾਈ ਮਰਦਾਨੇ ਯਾਦ ਕਰਨਾ ਕਰ, ਜਦੋਂ ਤੂੰ ਪਹਿਲੀ ਵਾਰ ਸੁਲਤਾਨਪੁਰ ਲੋਧੀ ਮੋਦੀਖਾਨੇ ਤੇ ਆਇਆ ਸੀ ਨਾ, ਉਦੋਂ ਮੈਨੂੰ ਤੂੰ ਬੇਨਤੀ ਕੀਤੀ ਸੀ ਕਿ ਮਹਾਰਾਜ ਮੇਰੇ ਤੇ ਕਿਰਪਾ ਕਰ, ਮੇਰੇ ਵੀ ਜਨਮ ਮਰਨ ਦੇ ਬੰਧਨ ਕੱਟ। ਤੇ ਮੈਂ ਆਪ ਜੀਆਂ ਦੀ ਬੇਨਤੀ ਪ੍ਰਵਾਨ ਕੀਤੀ ਸੀ ਭਾਈ ਮਰਦਾਨੇ, ਤੇ ਬਚਨ ਕੀਤੇ ਸੀ ਹੇ ਮਰਦਾਨੇ ਤੇਰੇ ਵਰਗੀ ਰਬਾਬ ਸੰਸਾਰ ਤੇ ਹੋਰ ਕੋਈ ਨਾ ਵਜਾਵੇ। ਕਿਸੇ ਹੋਰ ਦੇ ਦਰ ਤੇ ਜਾ ਕੇ ਥਾਂ ਥਾਂ ਨਾ ਮੰਗੀ। ਮਰਾਸੀਆਂ ਨੂੰ ਆਦਤ ਹੁੰਦੀ ਹੈ ਕਦੇ ਇੱਕ ਦਰ ਕਦੇ ਦੂਜੇ ਦਰ ਕਦੇ ਤੀਜੇ ਦਰ ਜਾ ਕੇ ਮੰਗਦੇ ਨੇ। ਤੇ ਤੂੰ ਹੁਣ ਲਾਜ ਰੱਖੀ, ਸਾਡੇ ਬਚਨ ਕਮਾਈ, ਰਬਾਬ ਵਜਾਈ, ਸੰਸਾਰ ਵਿੱਚ ਤੇਰੇ ਵਰਗਾ ਕੋਈ ਰਬਾਬੀ ਨਾ ਹੋਵੇਗਾ। ਸੁਨ ਕਰਨਾ ਨਿਤ ਜੋ ਤੁਮ ਦੀਨੋ। ਤੇ ਕਹਿਣ ਲੱਗਾ ਹੈ ਭਾਈ ਮਰਦਾਨਾ ਇਹ ਸਤਿਗੁਰੂ ਜੋ ਆਪ ਜੀਆਂ ਨੇ ਮੈਨੂੰ ਦਾਤ ਬਖਸ਼ੀ ਹੈ, ਸੋ ਤੋ ਮੈਂ ਕਿਤ ਖਰਚ ਨਾ ਕੀਨੋ। ਉਹ ਮੇਰੇ ਕੋਲ ਹੈ, ਉਹ ਮੈਂ ਕਿਤੇ ਖਰਚੀ ਨਹੀਂ, ਉਹ ਦਾਤ ਮੈਂ ਗਵਾਈ ਨਹੀਂ। ਸ੍ਰੀ ਗੁਰ ਭਨੇ ਨਾ ਬਚਨ ਹਟਾ ਦੋ। ਮਹਾਰਾਜ ਕਹਿਣ ਲੱਗੇ ਭਾਈ ਮਰਦਾਨੇ ਹੁਣ ਕਾਵਨ ਟੋਲੇ ਨਾ ਕਰ, ਸਾਡੇ ਬਚਨ ਨਾ ਮੋੜ, ਜੋ ਬਚਨ ਅਸੀਂ ਕਰ ਰਹੇ ਹਾਂ ਇਹਨਾਂ ਨੂੰ ਕਮਾਉਣਾ ਕਰ। ਪੁਰਤੇ ਆਨ ਰਬਾਬ ਬਜਾਵੋ। ਛੇਤੀ ਕਰ ਸੁਲਤਾਨਪੁਰ ਲੋਧੀ ਅੰਦਰ ਜਾਣਾ ਕਰ, ਉਤੋਂ ਰਬਾਬ ਲਿਆ ਤੇ ਆ ਕੇ ਵਜਾ। ਸੁਣਤ ਉਠਿਓ ਪੂਰਨ ਮਰਦਾਨਾ। ਇਸ ਪ੍ਰਕਾਰ ਭਾਈ ਮਰਦਾਨਾ ਜੀ ਸਤਿਗੁਰਾਂ ਦੇ ਬਚਨਾਂ ਨੂੰ ਕਮਾਉਂਦਾ ਹੋਇਆ ਸੁਣਦਾ ਹੋਇਆ ਛੇਤੀ ਦੇ ਨਾਲ ਉੱਠਿਆ ਹੈ, ਸੁਲਤਾਨਪੁਰ ਲੋਧੀ ਵੱਲ ਤੁਰਿਆ ਹੈ। ਭੋਜਨ ਹਿਤ ਗਾਪੁਰ ਸੁਲਤਾਨਾ। ਸੁਲਤਾਨਪੁਰ ਲੋਧੀ ਦੀਆਂ ਬਾਜ਼ਾਰਾਂ ਵਿੱਚ ਦੁਕਾਨਾਂ ਵਿੱਚ ਹੱਟਾਂ ਵਿੱਚ ਰਬਾਬ ਖੋਜਣ ਲੱਗਾ ਹੈ। ਢਾਡੀ ਗਾਵੇ ਅਗਰ ਪਠਾਨਾ। ਤੇ ਤੁਰਦੇ ਤੁਰਦੇ ਨੂੰ ਨਜ਼ਰ ਆਇਆ ਹੈ ਕਿ ਪਠਾਣਾ ਦੀ ਸਭਾ, ਮੁਸਲਮਾਨਾਂ ਦੀ ਸਭਾ ਲੱਗੀ ਹੋਈ ਹੈ। ਉੱਥੇ ਇੱਕ ਢਾਡੀ ਰਬਾਬ ਵਜਾ ਰਿਹਾ ਹੈ। ਤੀਰਥ ਬੈਸ ਗਇਓ ਤਹਿਥਾਨਾ। ਤੇ ਵੱਜਦੀ ਹੋਈ ਰਬਾਬ ਨੂੰ ਵੇਖ ਕੇ, ਗਾਉਂਦਿਆਂ ਗੀਤਾਂ ਨੂੰ ਵੇਖ ਕੇ ਭਾਈ ਮਰਦਾਨਾ ਵੀ ਉੱਥੇ ਉਸੇ ਸਭਾ ਵਿੱਚ ਬੈਠਾ ਹੈ। ਦੋਹਰਾ ਜਬ ਪਠਾਨ ਨਿਜ ਘਰ ਗਇਓ। ਤੇ ਜਦੋਂ ਸਭਾ ਦੀ ਸਮਾਪਤੀ ਹੋਈ ਹੈ, ਸਾਰੇ ਪਠਾਨ ਸਾਰੇ ਮੁਸਲਮਾਨ ਉੱਠ ਕੇ ਆਪੋ ਆਪਣੀਆਂ ਘਰਾਂ ਨੂੰ ਚਲੇ ਗਏ ਨੇ। ਮਰਦਾਨਾ ਪਤ ਪਰਾਹੇ। ਤੇ ਭਾਈ ਮਰਦਾਨੇ ਨੇ ਉਸ ਢਾਡੀ ਉਸ ਰਬਾਬੀ ਕੋਲ ਜਾ ਕੇ ਬਚਨ ਕੀਤੇ ਨੇ। ਸੁਬਨਰ ਏਕ ਹਕਾਰਈ। ਕਹਿਣ ਲੱਗਾ ਇਹ ਰਬਾਬੀ ਹੈ ਢਾਡੀ ਇੱਕ ਬੜਾ ਸ਼ੁਭ ਮਨੁੱਖ ਹੈ, ਇੱਕ ਪਰਮੇਸ਼ਰ ਅਵਤਾਰ ਹੈ, ਜੰਗਲਾਂ ਵਿੱਚ ਵਿਰਾਜਿਆ ਹੈ, ਉਹ ਤੈਨੂੰ ਬੁਲਾ ਰਿਹਾ ਹੈ। ਚੱਲ ਢਾਡੀ ਕਿਸ ਪਾਹੇ। ਇਹ ਢਾਡੀ ਤੂੰ ਮੇਰੇ ਨਾਲ ਚੱਲਣਾ ਕਰ, ਤੈਨੂੰ ਦਰਸ਼ਨ ਕਰਵਾਵਾਂ। ਚੌਪਈ ਲੇਕਰ ਸੰਗ ਕਿਸੈ ਤਤਕਾਲਾ। ਇਸ ਪ੍ਰਕਾਰ ਭਾਈ ਮਰਦਾਨਾ ਜੀ ਉਸ
ਉਸ ਰਬਾਬੀ ਨੂੰ ਲੈ ਕਰਕੇ ਪਠਾਨਾਂ ਦੀ ਸਭਾ ਵਿੱਚੋਂ ਜੰਗਲ ਦੇ ਰਸਤੇ ਤੁਰੇ ਨੇ। ਆਇਓ ਵੈਸੇ ਜਹਾਂ ਕਿਰਪਾਲਾ, ਜਿੱਥੇ ਕਿਰਪਾਲੂ ਦਿਆਲੂ ਸਤਿਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਿਰਾਜੇ ਹੋਏ ਨੇ, ਉੱਥੇ ਆ ਕੇ ਭਾਈ ਮਰਦਾਨਾ ਅਤੇ ਉਹ ਰਬਾਬੀ ਬਿਰਾਜ ਗਏ ਨੇ। ਲੱਗੀ ਸਮਾਧ ਨੈਣ ਅਨਖੁੱਲੇ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਰਮੇਸ਼ਰ ਦੀ ਸਮਾਧੀ ਅੰਦਰ ਨੇ, ਨੇਤਰ ਦੋਵੇਂ ਅੱਖਾਂ ਦੋਵੇਂ ਬੰਦ ਨੇ। ਤਪਤ ਰੂਪ ਦੁੱਤ ਦੁਖ ਤਲ ਮਲੇ, ਐਸਾ ਸਤਿਗੁਰਾਂ ਦਾ ਤੇਜ ਪ੍ਰਤਾਪ ਤੇਜ ਪ੍ਰਕਾਸ਼ ਹੋ ਰਿਹਾ ਹੈ, ਸਾਰਿਆਂ ਹੀ ਦੁੱਖਾਂ ਨੂੰ ਨਾਸ਼ ਕਰ ਰਿਹਾ ਹੈ। ਮੇਰ ਬਾਪ ਢਾਡੀ ਕਰਮਾਹੀ, ਤੇ ਜਦੋਂ ਉਸ ਢਾਡੀ ਉਸ ਰਬਾਬੀ ਨੇ ਰਬਾਬ ਆਪਣੇ ਹੱਥਾਂ ਵਿੱਚ ਲੈ ਕੇ ਵਜਾਈ ਹੈ, ਤਾਰ ਵਜਾਏ ਰਾਗ ਸੁਰਪ੍ਰਾਹੀ। ਤੇ ਜਦੋਂ ਉਸ ਰਬਾਬ ਦੀਆਂ ਤਾਰਾਂ ਛੇੜੀਆਂ ਨੇ ਤੇ ਇੱਕ ਦੋ ਸੁਰ ਲਾਏ ਨੇ, ਇੱਕ ਦੋ ਰਾਗ ਅਲਾਪ ਛੇੜੇ ਨੇ। ਸੰਤ ਵਿਲੋਚਨ ਪੰਕਜ ਵਿਕਸੇ, ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖੁਸ਼ੀ ਦੇ ਅੰਦਰ ਆ ਕੇ ਆਪਣੇ ਦੋਨੋਂ ਨੇਤਰ ਖੋਲੇ ਨੇ। ਭਜਵੇ ਨ ਆਸ ਗੁਰ ਪਰ ਨਰ ਟਿਕ ਤੇ ਕੇ, ਮਹਾਰਾਜ ਜੀਆਂ ਨੇ ਬਚਨ ਕੀਤੇ ਨੇ ਭਾਈ ਮਰਦਾਨੇ, ਜਿਹੜਾ ਮਨੁੱਖ ਸੰਸਾਰ ਦੇ ਵਿੱਚ ਆ ਕੇ ਮਨੁੱਖਾ ਜੀਵਨ ਨੂੰ ਪ੍ਰਾਪਤ ਕਰਕੇ ਗੁਰੂ ਵਾਲਾ ਨਹੀਂ ਬਣਦਾ, ਗੁਰੂ ਦੇ ਗੀਤ ਨਹੀਂ ਗਾਉਂਦਾ, ਗੁਰਬਾਣੀ ਨਹੀਂ ਪੜ੍ਹਦਾ, ਗੁਰੂ ਦੀ ਉਸਤਤ ਵਡਿਆਈ ਮਹਿਮਾ ਨਹੀਂ ਕਰਦਾ, ਉਹਦਾ ਸੰਸਾਰ ਉੱਪਰ ਆਉਣਾ ਧਰਿਕ ਹੈ, ਵਿਅਰਥ ਅਨਹੀ ਹੈ। ਬਚਨ ਤੂੰ ਲੈ ਮਰਦਾਨਾ, ਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੇ ਬਚਨ ਕੀਤੇ ਭਾਈ ਮਰਦਾਨੇ, ਇਸ ਢਾਡੀ ਦੇ ਹੱਥੋਂ ਰਬਾਬ ਜਰਾ ਤੂੰ ਫੜ। ਤਾਰ ਵਜਾਵੋ ਰਾਗ ਨਿਧਾਨਾ, ਤੇ ਜਰਾ ਰਬਾਬ ਦੀਆਂ ਤਾਰਾਂ ਛੇੜੋ, ਕੋਈ ਹਿਰਦੇ ਅੰਦਰ ਪ੍ਰੇਮ ਨੂੰ ਧਾਰਨ ਕਰਕੇ ਰਾਗ ਅਲਾਪੋ ਜੀ। ਆਏ ਸਮਾਨ ਪਾਨ ਮਹਿਲੀਨਾ, ਇਸ ਪ੍ਰਕਾਰ ਗੁਰੂ ਦੀ ਆਗਿਆ ਲੈ ਕਰਕੇ ਭਾਈ ਮਰਦਾਨੇ ਨੇ ਉਹ ਰਬਾਬੀ ਤੋਂ ਜਿਹੜੀ ਰਬਾਬ ਹੈ ਆਪਣੇ ਹੱਥ ਫੜੀ ਹੈ। ਕਾਰ ਸੁਰਤਾਰ ਵਜਾਵਨ ਕੀਨਾ, ਜਦੋਂ ਐਨ ਤਾਲ ਦੇ ਵਿੱਚ ਸੁਰਾਂ ਦੇ ਵਿੱਚ ਕਰਕੇ ਭਾਈ ਮਰਦਾਨੇ ਦੀਆਂ ਉਂਗਲਾਂ ਨੇ ਰਬਾਬ ਦੀਆਂ ਤਾਰਾਂ ਛੇੜੀਆਂ ਨੇ। ਦੋਹਰਾ ਸੁਣ ਬਨ ਕੇ ਬ੍ਰਿਖ ਤਿਤ ਸਮੈ, ਕਵੀ ਜੀ ਕਹਿੰਦੇ ਜਦੋਂ ਭਾਈ ਮਰਦਾਨੇ ਨੇ ਰਬਾਬ ਦੀਆਂ ਤਾਰਾਂ ਛੇੜੀਆਂ ਨੇ, ਐਸਾ ਸੁਰ ਅਲਾਪਿਆ ਹੈ, ਰੁੱਖਾਂ ਦੇ ਵਿੱਚੋਂ ਅੰਮ੍ਰਿਤ ਚੋਇਆ ਹੈ, ਰੁੱਖਾਂ ਦੇ ਵਿੱਚੋਂ ਮਿਠਾਸ ਚੋਈ ਹੈ। ਜੀਵਨ ਰਸ ਵਡਲਾਗ, ਇਸ ਪ੍ਰਕਾਰ ਜਿਹੜੇ ਰੁੱਖ ਨੇ ਉਹ ਖੇੜੇ ਦੇ ਵਿੱਚ ਖੁਸ਼ੀ ਦੇ ਵਿੱਚ ਆਏ ਨੇ, ਜਿਹੜੇ ਕੜਤਣ ਵਾਲੇ ਵੀ ਜੰਗਲ ਦੇ ਵਿੱਚ ਰੁੱਖ ਸਨ ਨਾ, ਉਹਨਾਂ ਵਿੱਚ ਵੀ ਖੁਸ਼ਬੂ, ਉਹਨਾਂ ਵਿੱਚ ਵੀ ਮਿਠਾਸ ਭਰ ਆਈ ਹੈ। ਵਾਰਨ ਪਰਨ ਪਰ ਬਹਿੰਗ ਜੇ, ਇਸ ਪ੍ਰਕਾਰ ਜਿਹੜੇ ਵੱਖੋ ਵੱਖਰਿਆਂ ਤਰੀਕਿਆਂ ਦੇ ਪੰਛੀ ਨੇ, ਮੁਖਿਓ ਤਨ ਅਨੁਰਾਗ, ਉਹ ਵੀ ਸ਼ਾਂਤ ਹੋ ਕੇ ਬੈਠ ਗਏ ਨੇ, ਰਤੀ ਭਰ ਵੀ ਰੌਲਾ ਨਹੀਂ ਪਾਉਂਦੇ। ਚੌਪਈ ਤੀਰ ਸਮੀਰ ਰਹੀ ਫਿਰ ਹੋਈ, ਕਵੀ ਜੀ ਕਹਿੰਦੇ ਜਦੋਂ ਭਾਈ ਮਰਦਾਨੇ ਨੇ ਰਬਾਬ ਛੇੜੀ ਹੈ, ਇਸ ਪ੍ਰਕਾਰ ਜਿਹੜੀ ਬੜੀ ਤੇਜ਼ ਹਵਾ ਵਗ ਰਹੀ ਸੀ ਨਾ, ਉਹਨੇ ਆਪਣੀ ਚਾਲ ਧੀਮੀ ਕੀਤੀ, ਉਹਨੇ ਆਪਣੀ ਚਾਲ ਹੌਲੀ ਕੀਤੀ ਹੈ। ਹੌਲੀ ਹੌਲੀ ਠੰਡੀ ਹਵਾ ਮਿਠਾਸ ਭਰੀ ਖੁਸ਼ਬੂ ਭਰੀ ਵਗਣ ਲੱਗੀ ਹੈ। ਸੁਨੀ ਤਾਨ ਮੋਹੇ ਸਭ ਕੋਈ, ਇਸ ਪ੍ਰਕਾਰ ਜਦੋਂ ਭਾਈ ਮਰਦਾਨੇ ਦੇ ਮੁਖੋਂ ਐਸੇ ਰਾਗ ਸੁਣੇ ਨੇ, ਜਿਹਤੇ ਜੱਟ ਚੇਤਨ ਹਵੈ ਗਏ, ਜਿਹੜੇ ਖੜੇ ਹੋਏ ਰੁੱਖ ਸਨ ਨਾ, ਭਾਈ ਮਰਦਾਨਾ ਜੀਆਂ ਨੂੰ ਕਵੀ ਜੀ ਸੰਬੋਧਨ ਹੁੰਦੇ ਕਹਿੰਦੇ ਨੇ ਕਿ ਜਿਹੜੇ ਖੜੇ ਹੋਏ ਰੁੱਖ ਸੀ ਹੌਲੀ ਹੌਲੀ ਝੂਮਣ ਲੱਗੇ, ਹਵਾ ਰੁਕ ਗਈ ਹੈ, ਕੋਈ ਵੀ ਪੱਤਾ ਨਹੀਂ ਹਿਲਦਾ, ਪਰ ਭਾਈ ਮਰਦਾਨੇ ਦੇ ਮੁਖ ਅੰਦਰ ਐਸੀ ਮਿਠਾਸ ਹੈ, ਐਸੀ ਕਲਾ ਵਰਦੀ ਹੈ, ਹੌਲੀ ਹੌਲੀ ਪੱਤੇ ਹਿਲਦੇ ਨੇ, ਹੌਲੀ ਹੌਲੀ ਖੜੇ ਹੋਏ ਰੁੱਖ ਝੂਮਣ ਲੱਗੇ ਨੇ। ਜੇ ਚੇਤਨ ਸੇ ਜੱਟ ਬਤ ਭਏ, ਇਹ ਜਿਹੜੇ ਜੜ ਸਰੂਪ ਨੇ ਉਹ ਚੇਤਨ ਹੋਏ ਨੇ, ਜਿਹੜੇ ਚੇਤਨ ਸਰੂਪ ਨੇ ਨਾ, ਪਸ਼ੂ ਨੇ, ਪੰਛੀ ਨੇ, ਜਾਨਵਰ ਨੇ, ਜਿਹੜੇ ਤੁਰਦੇ ਫਿਰਦੇ ਨੇ, ਉਹ ਸਾਰੇ ਆ ਕਰਕੇ ਬਿਰਾਜੇ ਹੋਏ ਨੇ। ਜਿੱਥੇ ਗੁਰੂ ਨਾਨਕ ਦੇਵ ਜੀ ਸਮਾਧੀ ਅੰਦਰ ਨੇ, ਸਾਰੇ ਪਸ਼ੂ ਪੰਛੀ ਜਾਨਵਰ ਆਸੇ ਪਾਸੇ ਆ ਕੇ ਬਿਰਾਜ ਗਏ ਨੇ। ਮਨਵੇਂ ਮ੍ਰਿਗ ਆਏ ਪੇ ਠਾਂਡੇ, ਤੇ ਜਿਹੜੇ ਜੰਗਲਾਂ ਦੇ ਹਿਰਨ ਨੇ ਨਾ, ਭਾਈ ਮਰਦਾਨੇ ਦੀ ਐਸੀ ਆਵਾਜ਼ ਸੁਣੀ ਹੈ, ਐਸੇ ਸੁਰ ਸੁਣੇ ਨੇ, ਪਹਾੜਾਂ ਦੇ ਵਿੱਚੋਂ ਦੌੜ ਕਰਕੇ ਭਾਈ ਮਰਦਾਨੇ ਦੀ ਆਵਾਜ਼ ਸੁਣਦੇ ਸੁਣਦੇ ਸਤਿਗੁਰਾਂ ਪਾਸ ਪਹੁੰਚੇ ਨੇ। ਆਤਮਨ ਮਹਿ ਅਨੁਰਾਗ ਹੈ ਬਾਟੇ, ਜਿਨ੍ਹਾਂ ਦੇ ਮਨਾਂ ਅੰਦਰ ਬਹੁਤਾ ਪ੍ਰੇਮ ਬਹੁਤਾ ਉਤਸ਼ਾਹ ਪੈਦਾ ਹੋਇਆ ਹੈ।
ਆਲਾਪ ਸੁਣੇ ਨੇ, ਸੁਣ ਕਰਕੇ ਹੈਰਾਨ ਹੋਇਆ ਹੈ। ਬਿਸਰ ਅਪਨ ਹੈ ਤੈਸਨ ਗਇਓ। ਤੇ ਜਿਹੜਾ ਉਹਦਾ ਹੰਕਾਰ ਸੀ ਨਾ ਢਾਡੀ ਦਾ ਕਿ ਮੇਰੇ ਵਰਗੀ ਕੋਈ ਰਬਾਬ ਨਹੀਂ ਵਜਾਉਂਦਾ, ਮਿੰਟਾਂ ਵਿੱਚ ਭਾਈ ਮਰਦਾਨੇ ਨੇ ਚੂਰ ਕਰ ਦਿੱਤਾ ਹੈ। ਕਿਤਨਕ ਚਿਰ ਪਏ ਬਚਨ ਬਖਾਨਾ। ਏਦਾਂ ਕੁਝ ਕੁ ਸਮਾਂ ਭਾਈ ਮਰਦਾਨੇ ਦੇ ਆਲਾਪ ਸੁਣਦਾ ਰਿਹਾ, ਫਿਰ ਉਹ ਢਾਡੀ ਨੇ ਵਚਨ ਕੀਤੇ ਨੇ। ਬੜ ਬਲਵਾਨ ਨਾ ਕੋ ਸਮਾਨਾ। ਕਹਿਣ ਲੱਗਾ ਭਾਈ ਮਰਦਾਨਾ ਜੀ, ਤੇਰੇ ਵਰਗਾ ਗੁਣੀ ਗਿਆਨੀ, ਤੇਰੇ ਵਰਗਾ ਰਬਾਬ ਵਜਾਉਣ ਵਾਲਾ ਮੈਨੂੰ ਕਿਤੇ ਨਜ਼ਰ ਨਹੀਂ ਆਉਂਦਾ। ਬਹੁਤ ਦੇਸ ਢਾਡੀ ਮੈਂ ਦੇਖੇ। ਮੈਂ ਬਹੁਤਿਆਂ ਦੇਸਾਂ ਦੇ ਸੰਤਰਾਂ ਅੰਦਰ ਰਬਾਬ ਵਜਾਉਣ ਗਿਆ ਹਾਂ ਤੇ ਬੜਿਆਂ ਢਾਡੀਆਂ ਰਬਾਬੀਆਂ ਦੇ ਨਾਲ ਮੇਰੀ ਆਉਣੀ ਜਾਣੀ ਜਾਣ ਪਛਾਣ ਹੈ। ਆਸਮਨ ਕਹਿ ਮਹਿ ਨਹੀਂ ਵਸੇਖੇ। ਪਰ ਤੇਰੇ ਵਰਗੇ ਗੁਣ ਮੈਨੂੰ ਕਿਸੇ ਅੰਦਰ ਨਜ਼ਰ ਨਹੀਂ ਆਏ। ਦੋਹਰਾ ਸ੍ਰੀ ਨਾਨਕ ਬੋਲੇ ਬੋਹਰ। ਫਿਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨੇ ਬਾਬਤ ਬੋਲੇ ਨੇ। ਕਹੋ ਮਰਦਾਨਾ ਬੈਨ। ਇਹ ਭਾਈ ਮਰਦਾਨਾ ਹੁਣ ਦੱਸਣਾ ਕਰ। ਕੈਸੋ ਕੌਣ ਮਨ ਮਾਨਿਆ। ਕਿਵੇਂ ਤੇਰਾ ਮਨ ਮੰਨ ਗਿਆ ਕੌਣ ਨੂੰ? ਤੂੰ ਤਾਂ ਮੈਨੂੰ ਕਹਿੰਦਾ ਸੀ ਮਹਾਰਾਜ ਮੈਨੂੰ ਗਾਉਣਾ ਨਹੀਂ ਆਉਂਦਾ, ਰਬਾਬ ਵਜਾਉਣੀ ਨਹੀਂ ਆਉਂਦੀ, ਤੇ ਹੁਣ ਕਿਵੇਂ ਮਨ ਮੰਨਿਆ ਹੈ? ਗਾਵਨ ਤਾਰ ਬਜੈਨ। ਕਿਵੇਂ ਤੇਰਾ ਗਾਉਣ ਨੂੰ ਮਨ ਮੰਨਿਆ? ਕਿਵੇਂ ਇਹਦੀਆਂ ਤਾਰਾਂ ਛੇੜੀਆਂ ਨੇ? ਕਿਵੇਂ ਤੇਰੇ ਹੱਥਾਂ ਅੰਦਰ ਹਿੰਮਤ ਆਈ ਹੈ, ਤੇਰਿਆਂ ਹੱਥਾਂ ਅੰਦਰ ਕਲਾ ਵਰਤੀ ਹੈ ਕਿ ਰਬਾਬ ਵਜਾਵੇ? ਚੌਪਈ ਸੁਨੋ ਪ੍ਰਭੂ ਆਨੰਦ ਇਕ ਮੇਰੋ। ਭਾਈ ਮਰਦਾਨਾ ਜੀ ਨਿਮਰਤਾ ਦੇ ਘਰ ਵਿੱਚ ਆਏ ਨੇ, ਵਿਰਾਗ ਵਿੱਚ ਆ ਕੇ ਕਹਿਣ ਲੱਗੇ, ਹੇ ਗੁਰੂ ਨਾਨਕ ਸੁਨਣਾ ਕਰ। ਕਹਿਤ ਸੋ ਜਸ ਬਖਾਨੋ ਤੇਰੋ। ਮਹਾਰਾਜ ਮੇਰੇ ਕੋਲੇ ਇੱਕੋ ਹੀ ਮੁਖ ਹੈ, ਇੱਕੋ ਹੀ ਜੀਵ ਹੈ, ਇੱਕ ਮਨੁੱਖ ਆਪਣੇ ਇੱਕ ਮੁਖ ਦੇ ਨਾਲ ਤੇ ਇੱਕੋ ਜੀਵ ਦੇ ਨਾਲ ਕਿਵੇਂ ਸਮਰੱਥ ਗੁਰੂ, ਕਿਵੇਂ ਪੂਰੇ ਗੁਰੂ ਦੇ ਗੁਣ ਗਾ ਸਕਦਾ ਹੈ? ਪੂਰਨ ਪੁਰਖ ਕੀ ਆਪ ਖੁਦਾਏ। ਆਪ ਜੀ ਸੰਪੂਰਨ ਪੁਰਖ ਹੋ, ਆਪ ਖੁਦਾਏ ਹੋ, ਖੁਦਾ ਹੋ, ਅੱਲਾ ਹੋ, ਰੱਬ ਹੋ। ਜਿਹ ਬਚਤੇ ਮੁਝ ਆਸ ਗੁਣ ਆਏ। ਤੇ ਆਪ ਜੀਆਂ ਨੇ ਕਿਰਪਾ ਕੀਤੀ ਹੈ, ਸਾਰੀ ਆਪ ਜੀਆਂ ਨੇ ਕਲਾ ਵਰਤਾਈ ਹੈ, ਆਪ ਜੀਆਂ ਦੇ ਕੌਤਕ ਨੇ। ਇੱਕ ਅਣਜਾਣ ਕੋਲੋਂ ਜਿਹਨੇ ਕਦੇ ਰਬਾਬ ਫੜ ਕੇ ਨਹੀਂ ਵੇਖੀ, ਕੋਈ ਸੁਰ ਅਲਾਪ ਕੇ ਨਹੀਂ ਵੇਖਿਆ, ਉਹਦੇ ਮੁਖ ਤੋਂ ਆਪ ਜੀਆਂ ਨੇ ਕਿਰਪਾ ਕਰਕੇ ਸੁਰ ਵੀ ਲਵਾਏ ਨੇ, ਉਹਦੇ ਹੀ ਮੁਖ ਤੋਂ, ਉਹਦਿਆਂ ਹੱਥਾਂ ਤੋਂ ਆਪ ਜੀਆਂ ਨੇ ਗੀਤ ਗਾਏ। ਚੌਪਈ ਸਾਹਿਬ ਦੇ ਅੰਦਰ ਅਸੀਂ ਸਰਵਣ ਕਰਦੇ ਹਾਂ। ਸੁਨੈ ਗੁੰਗ ਜੋ ਜਾਹਿ ਸੁਰਸਨਾ ਪਾਵਈ, ਸੁਨੈ ਮੂਢ ਚਿਤ ਲਾਈ ਚਤੁਰਤਾ ਆਵਈ, ਦੁਖ ਦਰਦ ਭਉ ਨਿਕਟ ਨਾ ਤਿਨ ਨਰਕੇ ਰਹੈ, ਹੋ ਜੋ ਜਾਤੀ ਏਕ ਬਾਰ ਚੌਪਈ ਕੋ ਕਹੈ। ਜੇਕਰ ਪਰਮੇਸ਼ਰ ਕਿਰਪਾ ਕਰ ਦੇਵੇ ਗੂੰਗਿਆਂ ਨੂੰ ਰਸਨਾ ਬਖਸ਼ ਦਿੰਦਾ ਹੈ, ਜੇਕਰ ਪਰਮੇਸ਼ਰ ਕਿਰਪਾ ਕਰ ਦੇਵੇ ਮੂਰਖਾਂ ਨੂੰ ਗਿਆਤੇ ਗਿਆਨੀ ਬਣਾ ਦਿੰਦਾ ਹੈ। ਗਾਇਨ ਕਪੂ ਤਾਰ ਬਜਾਇਆ। ਮਹਾਰਾਜ ਨਾ ਤਾਂ ਅੱਜ ਤੱਕ ਕਦੇ ਮੈਂ ਗਾਇਆ ਸੀ ਤੇ ਨਾ ਤੱਕ ਅੱਜ ਤੱਕ ਕਦੇ ਮੈਂ ਕੋਈ ਸਾਜ਼ ਹੀ ਵਜਾਇਆ ਸੀ। ਅਬ ਇਹ ਅਚਾਨਕ ਗੁਣ ਮੈਂ ਪਾਇਆ। ਪਤਾ ਨਹੀਂ ਮਹਾਰਾਜ ਕਿਵੇਂ ਕਿਰਪਾ ਹੋਈ, ਹੱਥਾਂ ਦੇ ਵਿੱਚ ਰਬਾਬ ਆਈ, ਉਂਗਲੀਆਂ ਨੇ ਆਪ ਤਾਰਾਂ ਛੇੜੀਆਂ, ਬੁੱਲ ਫੜ ਕੇ ਨੇ ਰਸਨਾ ਨੇ ਗੀਤ ਗਾਏ ਨੇ ਆਪ ਜੀਆਂ ਦੀ ਮਹਿਮਾ ਦੇ ਵਡਿਆਈ ਦੇ। ਏਦਾਂ ਲੱਗਦਾ ਹੈ ਕਿ ਇਹ ਗੁਣ ਮੈਨੂੰ ਹੁਣੇ ਹੁਣੇ ਪ੍ਰਾਪਤ ਹੋਇਆ ਹੈ। ਬੰਦ ਕਰ ਕੀਨ ਬੰਦਨਾ। ਇਸ ਪ੍ਰਕਾਰ ਦੋਨੋਂ ਹੱਥ ਜੋੜ ਕਰਕੇ ਨਮਸਕਾਰ ਕਰਕੇ ਭਾਈ ਮਰਦਾਨਾ ਜੀ ਉੱਠੇ ਨੇ। ਤਬ ਦਰਸ਼ਨ ਤ੍ਰੈ ਤਾਪ ਨਿਕੰਦਨ। हे ਗੁਰੂ ਨਾਨਕ ਦੇਵ ਜੀ, ਆਪ ਜੀਆਂ ਨੇ ਮੈਨੂੰ ਇੰਨੇ ਗੁਣ ਬਖਸ਼ੇ ਨੇ, ਐਸੀ ਕਿਰਪਾ ਕੀਤੀ ਹੈ, ਮੇਰੇ ਕੋਲੋਂ ਕਿਵੇਂ ਨਾ ਰਬਾਬ ਵੱਜਦੀ। ਆਪ ਜੀਆਂ ਦੇ ਦਰਸ਼ਨ ਹੀ ਐਸੇ ਅਮੋਲਕ ਨੇ, ਜਿਨ੍ਹਾਂ ਦੇ ਦਰਸ਼ਨ ਕਰਕੇ ਆਦਿ ਵਿਆਦੀ ਉਪਾਧੀ ਵਰਗੇ ਜੋ ਜਨਮ ਮਰਨ ਦੇ ਗੇੜੇ ਨੇ, ਇਹ ਸਾਰੇ ਸੰਸਾਰ ਦੇ ਬੰਧਨ ਕੱਟੇ ਜਾਂਦੇ ਨੇ। ਜੈਕਿਤ ਬਦਨ ਬਦਕੋ ਸੁਖ ਧਾਮਾ। ਇਸ ਪ੍ਰਕਾਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀਆਂ ਨੂੰ ਭਾਈ ਮਰਦਾਨਾ ਜੀ ਬੋਲ ਰਹੇ ਨੇ। ਇਹ ਬਿਲ ਕਰੋ ਅਬ ਹੈ ਸੁਖ ਕਾਮਾ। हे ਮਹਾਰਾਜ ਮੇਰੇ ਉੱਪਰ ਇਸ ਪ੍ਰਕਾਰ ਹੀ ਕਿਰਪਾ ਬਣਾ ਕੇ ਰੱਖਣੀ। ਸੁਨ ਬੋਲੇ ਪ੍ਰਭ ਦੀਨ ਦਿਆਲਾ। ਇਸ ਪ੍ਰਕਾਰ ਨਿਮਰਤਾ ਭਰੇ ਬਚਨ ਭਾਈ ਮਰਦਾਨੇ ਦੇ ਸੁਣੇ ਨੇ। ਗੁਰੂ ਨਾਨਕ ਦੇਵ ਜੀ ਬੋਲੇ ਨੇ। ਲੇਹੋ ਰਬਾਬ ਜੋ ਰੁਚਰ ਵਿਸਾਲਾ। ਕਿ ਭਾਈ ਮਰਦਾਨਾ ਜੀ ਹੁਣ ਜਿਹੜੀ ਰਬਾਬ ਹੈ ਨਾ, ਇਹਨੂੰ ਤੁਸੀਂ ਖਰੀਦ ਲਓ,
ਇਸ ਨੂੰ ਮੁੱਲ ਲੈ ਲਵੋ। ਹੁਣ ਇਹਦੀ ਬਹੁਤ ਲੋੜ ਆ। ਹੁਣ ਜਿਵੇਂ ਜਿਵੇਂ ਆਪ ਜੀ ਰਬਾਬ ਵਜਾਓਗੇ ਉਵੇਂ ਉਵੇਂ ਅਕਾਲ ਪੁਰਖ ਦੀ ਗੁਰਬਾਣੀ ਆਵੇਗੀ। ਦੇਸਾਂ ਦਸਾਂਸਰਾਂ ਵਿੱਚ ਵਿਚਰਾਂਗੇ, ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਾਂਗੇ, ਲੋਕਾਂ ਨੂੰ ਝੂਠ ਦੇ ਹਨੇਰੇ ਤੋਂ ਕੱਢ ਕੇ ਸੱਚ ਦਾ ਸੂਰਜ ਦਿਖਾਵਾਂਗੇ। ਦੱਬੇ ਕੁਚਲਿਆਂ ਲੋਕਾਂ ਨੂੰ ਹੁਣ ਆਪਾਂ ਹਿੰਮਤਾਂ ਬਖਸ਼ਾਂਗੇ। ਤੇਰੀ ਰਬਾਬ ਦੀਆਂ ਤਾਰਾਂ ਜਿੱਥੇ ਜਿੱਥੇ ਵੀ ਛਿੜਨਗੀਆਂ, ਇੱਥੇ ਉਹ ਨਮਰਦਾਂ ਦੇ ਵਿੱਚ ਮਰਦਾਨਗੀ ਪੈਦਾ ਕਰ ਦੇਣਗੀਆਂ, ਬੁੱਝ ਦਿਲਾਂ ਅੰਦਰ ਦਿਲ ਪੈਦਾ ਕਰ ਦੇਣਗੀਆਂ। ਝੂਠਾਂ ਨੂੰ ਛੱਡ ਕਰਕੇ ਲੋਕ ਸੱਚ ਨਾਲ ਜੁੜਨ ਲੱਗਣਗੇ। ਹੁਣ ਇਹ ਰਬਾਬ ਹਮੇਸ਼ਾ ਆਪਣੇ ਨਾਲ ਰੱਖਿਓ ਤੇ ਤੁਸੀਂ ਮੇਰੇ ਨਾਲ ਰਹਿਓ। ਹੁਣ ਆਪਾਂ ਸੰਸਾਰ ਵਿੱਚ ਇਸ ਪ੍ਰਕਾਰ ਵਿਚਰਾਂਗੇ ਕਿ ਸੰਸਾਰ ਦੇ ਲੋਕ ਜੋ ਝੂਠ ਨਾਲ ਜੁੜੇ ਨੇ, ਅਗਿਆਨ ਨਾਲ ਜੁੜੇ ਨੇ, ਜੋ ਭਰਮ ਭੁਲੇਖਿਆਂ ਵਿੱਚ ਪਾਏ ਨੇ, ਲੋਕਾਂ ਨੂੰ ਭਰਮ ਭੁਲੇਖਿਆਂ ਵਿੱਚ ਕੱਢ ਕੇ ਪਰਮਾਰਥ ਦੇ ਰਸਤੇ, ਪਰਮੇਸ਼ਰ ਦੇ ਰਸਤੇ ਤੋਰਾਂਗੇ। ਇੱਥੋਂ ਤੱਕ ਅੱਜ ਦੀ ਕਥਾ ਵਿਚਾਰ ਆਈ ਹੈ। ਆਉਣ ਵਾਲਾ ਗੁਰ ਇਤਿਹਾਸ ਕੱਲ੍ਹ ਦੀਆਂ ਕਥਾ ਵਿਚਾਰਾਂ ਵਿੱਚ ਸਰਵਣ ਕਰਾਂਗੇ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਗੁਰੂ ਦਾ ਇਤਿਹਾਸ, ਗੁਰੂ ਦਾ ਸ਼ਬਦ ਜਾਣ ਕੇ ਹਿਰਦਿਆਂ ਵਿੱਚ ਵਸਾਉਣਾ, ਤਾਂ ਜੋ ਸਾਡਾ ਲੋਕ ਅਤੇ ਪਰਲੋਕ ਸਵਰ ਸਕੇ। ਆਓ ਆਨੰਦ ਸਾਹਿਬ ਦੀ ਗੁਰਬਾਣੀ ਦੇ ਨਾਲ ਜੁੜੀਏ, ਸਮਾਪਤੀ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆ ਸ਼ਬਦ ਗਾਵਣ ਆਈਆ, ਸਭ ਦੋਤਾ ਗਾਵਾ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਮ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਆ ਮਨ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ, ਕਰਤਾ ਤੇਰਾ ਸਭ ਕਿਛ ਹੈ, ਜਿਸ ਦੇ ਦੇਸੋ ਆਏ। ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ, ਬਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸਾਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਬੁਝਾਈਆਂ। ਸਦਾ ਕੁਰਬਾਨ ਕੀਤਾ ਗੁਰ ਵਿਟਹੁ, ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤ ਹੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਹਾਰਿਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ। ਕਹਿ ਨਾਨਕ ਤਹ ਸਭ ਹੋਆ ਤਿਤ ਕਰ ਅਨਹਦ, ਅਨੰਦ ਸੁਨਹੁ ਵਡ ਭਾਗੀ ਹੋ। ਸਗਲ ਮਨੋਰਥ ਆਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਦੁਖ ਰੋਗ ਸੰਤਾਪ ਉਤਰੇ। ਸੁਣੀ ਸੱਚੀ ਸੰਤ ਸਾਜਨ ਭਏ, ਸਰਸੇ ਪੂਰੇ ਗੁਰ ਤੇ ਸੁਣਤੇ ਪੁਨੀਤ ਕਹਤੇ ਭਗਤ। ਸਤਿਗੁਰ ਰਹਿਆ ਭਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ। ਸਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ। ਦਿਵਸ ਰਾਤ ਦੁਇ ਦਾਈ ਗਾਇਆ ਖੇਲੇ ਸਗਲ ਜਗਤ। ਚੰਗਿਆਈਆ ਬੁਰਿਆਈਆ ਵਾਚਾ ਧਰਮ ਹਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਜਿਨੇ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।